ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਵੇਖ ਰਹੇ ਹੋ। ਇਸ ਦੇ ਵਿੱਚ ਵੱਖ-ਵੱਖ ਮਸਲਿਆਂ ਦਾ ਵਿਸਥਾਰ ਦੇ ਨਾਲ ਕੱਪੜ ਛਾਣ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਡੇ ਮਸਲੇ ਰਹਿਣਗੇ ਜਿਨ੍ਹਾਂ ਦਾ ਕੱਪੜ ਛਾਣ ਕਰਾਂਗੇ। ਗੱਲਬਾਤ ਨਵਜੋਤ ਸਿੰਘ ਸਿੱਧੂ ਦੇ ਉਸ ਟਵੀਟ ਤੇ ਵੱਲ ਕਰਾਂਗੇ ਜਿਸ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੇ ਤੌਰ ਦੇ ਉੱਤੇ ਸਬੂਤ ਮੰਗ ਲਏ ਨੇ ਉਹਨਾਂ ਦੇ ਵਿਰੋਧੀਆਂ ਦੇ ਨਾਲ ਮੀਟਿੰਗ ਦੇ। ਤੇ ਨਾਲ ਹੀ ਗੱਲਬਾਤ ਮਨੀਸ਼ਾ ਗੁਲਾਟੀ ਦੇ ਵੱਲੋਂ ਦਿੱਤੇ ਗਏ ਅਲਟੀਮੇਟਮ ਦਾ ਸਮਾਂ ਅੱਜ ਸਮਾਪਤ ਹੋ ਜਾਣਾ ਹੈ ਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਐਲਾਨ ਕੀਤਾ ਸੀ ਭੁੱਖ ਹੜਤਾਲ ਦੇ ਸਬੰਧ ਦੇ ਵਿੱਚ ਉਸ ਦੇ ਉੱਤੇ ਕੀ ਕੁਝ ਹੋ ਸਕਦਾ ਉਸ ਬਾਰੇ ਗੱਲਬਾਤ ਰਹੇਗੀ। ਹਰੀਸ਼ ਰਾਵਤ ਦੀ ਪੰਜਾਬ ਦੇ ਵਿੱਚ ਐਂਟਰੀ ਫਿਲਹਾਲ ਦੇ ਲਈ ਨਹੀਂ ਹੁੰਦੀ ਲੱਗਦੀ, ਕੀ ਕੁਝ ਹੋ ਸਕਦਾ ਹੈ ਇਸ ਦਰਮਿਆਨ ਪੰਜਾਬ ਦੇ ਵਿੱਚ ਉਸ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ, ਲਗਾਤਾਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ। ਰਾਜੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਹੋਈ ਹੈ, ਉਸ ਦੇ ਵਿੱਚ ਕੀ ਕੁਝ ਖਾਸ ਰਿਹਾ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਭਗਵੰਤ ਮਾਨ ਦੇ ਵੱਲੋਂ ਇੱਕ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਲਿਖੀ ਗਈ ਹੈ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ ਵਧਾਂਗੇ। ਡੱਲਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਹੈ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਸੀ ਕਿ ਵਿਰੋਧੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ। ਹੁਣ ਸਾਫ਼ ਤੌਰ ਦੇ ਉੱਤੇ ਨਾ ਟਵੀਟ ਦੇ ਵਿੱਚ ਮੰਗ ਕੀਤੀ ਹੈ ਕਿ ਜੇਕਰ ਮੇਰੀ ਵਿਰੋਧੀਆਂ ਦੇ ਨਾਲ ਕੋਈ ਮੀਟਿੰਗ ਹੋਈ ਹੈ ਤਾਂ ਉਸ ਚੀਜ਼ ਦਾ ਸਬੂਤ ਪੇਸ਼ ਕੀਤਾ ਜਾਵੇ। ਕਿੱਦਾਂ ਵੇਖ ਰਹੇ ਹੋ ਇਸ ਚੀਜ਼ ਨੂੰ? ਦੇਖੋ, ਨਵਜੋਤ ਸਿੰਘ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਸਾਰੇ ਜਿਹੜੇ ਸੱਚ ਨੇ ਉਹਨਾਂ ਤੋਂ ਪਰਦਾ ਚੱਕਣਾ ਸ਼ੁਰੂ ਕਰਤਾ। ਹਾਲਾਂਕਿ ਉਹ ਪਹਿਲਾਂ ਵੀ ਸੱਚਾਂ ਤੋਂ ਪਰਦਾ ਚੱਕਦੇ ਸੀ, ਕੁਝ ਚੀਜ਼ਾਂ ਲੁਕੀਆਂ ਹੋਈਆਂ ਸੀ। ਪਹਿਲੀ ਤਾਂ ਗੱਲ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ਼ ਕਰਤਾ ਕਿ ਮੈਨੂੰ ਕਈ ਵਾਰੀ ਸੱਦਿਆ ਗਿਆ ਤੇ ਮੰਤਰੀ ਬਣਾਉਣ ਦਾ ਮੈਨੂੰ ਸੱਦਾ ਮਾਰਿਆ ਗਿਆ ਵੀ ਤੁਹਾਨੂੰ ਅਸੀਂ ਮੰਤਰੀ ਬਣਾਉਣੇ ਆ। ਮੈਨੂੰ ਇਹ ਲੱਗਦਾ ਵੀ ਜਿਹੜੀਆਂ ਚਾਹ ਜਾਂ ਲੰਚ ਦੀਆਂ ਮੀਟਿੰਗਾਂ ਸੀ ਉਹ ਨਵਜੋਤ ਸਿੰਘ ਸਿੱਧੂ ਨੂੰ ਤਾਂ ਹੀ ਸੱਦਿਆ ਜਾਂਦਾ ਸੀ ਵੀ ਆਪਾਂ ਸਿੱਧੂ ਨੂੰ ਮਨਾ ਕੇ ਮੰਤਰੀ ਬਣਾ ਲਈਏ। ਤੇ ਸਿੱਧੂ ਨੇ ਟਵੀਟ ਕਰਕੇ ਕਹਿੰਦਾ ਕਿ ਮੈਂ ਅਸੈਪਟ ਹੀ ਨਹੀਂ ਕੀਤਾ ਇਹਨਾਂ ਦਾ ਸੱਦਾ ਵੀ ਮੈਨੂੰ ਤੁਹਾਨੂੰ ਮੰਤਰੀ ਬਣਾਉਣੇ ਆ। ਗੁੱਸਾ ਕਿੱਥੋਂ ਆ ਰਿਹਾ ਨਵਜੋਤ ਸਿੰਘ ਸਿੱਧੂ ਨੂੰ? ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦੀ ਚਿੰਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦਿੱਤੀ ਸੀ ਇੱਕ ਬੀਬੀ ਪੱਤਰਕਾਰ ਨੂੰ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਵੀ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਨਾਲ ਮੀਟਿੰਗਾਂ ਕਰ ਰਿਹਾ, ਉਹਦੀਆਂ ਮੀਟਿੰਗਾਂ ਹੋਈਆਂ ਜਾਂ ਮੀਟਿੰਗ ਹੋਈ ਹੈ। ਸੋ ਨਵਜੋਤ ਸਿੰਘ ਸਿੱਧੂ ਉਸ ਗੱਲ ਤੋਂ ਤਾਪ ਖਾ ਗਿਆ। ਹੁਣ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ? ਨਵਜੋਤ ਸਿੰਘ ਸਿੱਧੂ ਕਹਿੰਦੇ ਸਾਬਤ ਕਰੋ। ਉਹਨਾਂ ਨੇ ਟਵੀਟ ਕੀਤਾ ਬਕਾਇਦਾ, ਕਹਿੰਦੇ ਸਾਬਤ ਕਰੋ ਵੀ ਕਿਸੇ ਹੋਰ ਪਾਰਟੀ ਲੀਡਰ ਦੇ ਨਾਲ ਮੇਰੀ ਮੀਟਿੰਗ ਹੋਈ ਹੈ। ਮਤਲਬ ਕਿ ਕਾਂਗਰਸ ਤੋਂ ਇਲਾਵਾ ਉਹਨਾਂ ਦਾ ਇਸ਼ਾਰਾ ਇਸ ਪਾਸੇ ਹੈ ਕਿ ਕਿਸੇ ਹੋਰ ਦੇ ਨਾਲ ਵੀ ਮੇਰੀ ਮੀਟਿੰਗ ਹੋਈ ਹੈ, ਸਾਬਤ ਕਰੋ। ਉਹ ਕਹਿੰਦੇ ਮੈਂ ਕਦੀ ਵੀ ਅੱਜ ਤੱਕ ਪੋਸਟ ਲਈ ਨਹੀਂ ਕਿਹਾ। ਅੰਗਰੇਜ਼ੀ 'ਚ ਲਿਖਿਆ ਹੈ ਉਹਨਾਂ ਨੇ, ਕਹਿੰਦੇ ਆਈ ਹੈਵ ਨੈਵਰ ਆਸਕਡ ਐਨੀਵਨ ਫॉर ਐਨੀ ਪੋਸਟ ਟਿਲ ਡੇਟ ਐਂਡ ਆਲ ਆਈ ਸੀਕ ਇਜ਼ ਪੰਜਾਬ's prosperity। was invited and offered cabinet berths many times but I didn't accept। ਸੋ ਇਹ ਤਾਂ ਬਹੁਤ ਵੱਡੀ ਗੱਲ ਉਹਨਾਂ ਨੇ ਕਰਤੀ। ਉਹਨਾਂ ਨੇ ਇਹ ਵੀ ਲਿਖਤਾ ਕਿ now our esteemed high command has intervened and I will wait। ਬਹੁਤ ਵੱਡੀ ਗੱਲ ਕਰਤੀ ਉਹਨਾਂ ਨੇ। ਸੋ ਇਹਦਾ ਮਤਲਬ ਹੈ ਕਿ ਉਹ ਕਹਿੰਦੇ ਵੀ ਹੁਣ ਹਾਈ ਕਮਾਂਡ ਨੇ ਦਖਲ ਦਿੱਤਾ ਹੈ ਤੇ ਮੈਂ ਇੰਤਜ਼ਾਰ ਕਰੂੰਗਾ। ਸਿੱਧੂ ਨੇ ਪੱਤੇ ਖੋਲ੍ਹਤੇ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੈਨੂੰ ਸੱਦਦੇ ਸੀ ਲੰਚ ਤੇ ਜਾਂ ਚਾਹ ਤੇ, ਜਾਂ ਉਹਨਾਂ ਨੇ ਕਿਹਾ ਕਿ ਮੈਨੂੰ ਕਈ ਵਾਰੀ ਸੱਦਿਆ ਗਿਆ ਤੇ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਤੇ ਮੈਂ ਠੋਕਰ ਮਾਰਤੀ ਤੇ ਮੈਂ ਕਦੀ ਕਿਸੇ ਨਾਲ ਮੀਟਿੰਗ ਨਹੀਂ ਕੀਤੀ। ਹੁਣ ਸਾਬਤ ਕੀਤਾ ਜਾਵੇ ਕਿ ਮੈਂ ਮੀਟਿੰਗ ਕੀਤੀ। ਹੁਣ ਸਵਾਲ ਵੱਡਾ ਇਹ ਹੈ, ਕੈਪਟਨ ਅਮਰਿੰਦਰ ਤੇ ਨਹੀਂ ਸਵਾਲ ਗਗਨ, ਸਵਾਲ ਤਾਂ ਉਸ ਜਸੂਸ ਤੇ ਹੈ ਜਿਹਨੇ ਕੈਪਟਨ ਅਮਰਿੰਦਰ ਨੂੰ ਇਹ ਰਿਪੋਰਟ ਦਿੱਤੀ ਵੀ ਸਿੱਧੂ ਤੇ ਕੇਜਰੀਵਾਲ ਦੀਆਂ ਮੀਟਿੰਗਾਂ ਹੋ ਰਹੀਆਂ ਨੇ। ਹੁਣ ਮੈਨੂੰ ਇਹ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਉਸ ਜਸੂਸ ਨੂੰ ਲੱਭੂਗਾ ਵੀ ਭਾਈ ਸਬੂਤ ਲਿਆ। ਜੇ ਤਾਂ ਉਹ ਜਸੂਸ ਸਬੂਤ ਪੇਸ਼ ਕਰ ਗਿਆ ਵੀ ਦੇਖੋ ਜੀ ਨਵਜੋਤ ਸਿੰਘ ਸਿੱਧੂ ਦੀ ਅਰਵਿੰਦ ਕੇਜਰੀਵਾਲ ਨਾਲ ਇੱਥੇ ਮੀਟਿੰਗ ਹੋਈ ਹੈ, ਉੱਥੇ ਮੀਟਿੰਗ ਹੋਈ ਹੈ, ਇੱਥੇ ਹੋਈ ਜਾਂ ਉੱਥੇ ਹੋਈ, ਕੋਈ ਫੋਟੋ ਹੋਵੇ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਦੇ ਘਰ ਹੋਵੇ ਜਾਂ ਕਿਤੇ ਬਾਹਰ ਕਿਸੇ ਫਾਰਮ ਹਾਊਸ 'ਚ ਬੈਠੇ ਹੋਣ, ਕਿਤੇ ਰੇਲਵੇ ਸਟੇਸ਼ਨ ਮਿਲੇ ਹੋਣ, ਹਵਾਈ ਅੱਡੇ ਮਿਲੇ ਹੋਣ, ਕਿਸੇ ਢਾਬੇ ਢੁੱਬੇ ਤੇ ਰਾਤ ਨੂੰ ਮਿਲੇ ਹੋਣ ਜਾਂ ਰਾਤ ਨੂੰ ਕਾਰ ਤੇ ਕਿਤੇ ਚਲਦੀ ਗੱਡੀ 'ਚ ਇਹਨਾਂ ਦੀ ਮੀਟਿੰਗ ਹੋਈ ਹੋਵੇ। ਸੋ ਕੈਪਟਨ ਅਮਰਿੰਦਰ ਹੁਣ ਆਪਣੇ ਸਾਰੇ ਖੁਫੀਆ ਤੰਤਰ, ਸਰਕਾਰੀ ਏਜੰਸੀਆਂ ਤੇ ਉਸ ਜਸੂਸ ਦੀ ਡਿਊਟੀ ਲਾਊਗਾ ਵੀ ਭਾਈ ਹੁਣ ਸਬੂਤ ਕੱਢ ਕੇ ਲਿਆਓ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਸਬੂਤ ਮੰਗ ਲਿਆ ਜੀ। ਪਰ ਦੇਖੋ ਕੈਪਟਨ ਅਮਰਿੰਦਰ ਸਿੰਘ ਹਰ ਗੱਲ ਦਾ ਜਵਾਬ ਦਿੰਦੇ ਨੇ। ਇਹ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਖਾਸੀਅਤ ਦੱਸ ਦਿੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਨਾ ਵੀ ਮੈਂ ਨਸ਼ਿਆਂ ਦਾ ਲੱਕ ਤੋੜੂ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਅਸੀਂ ਨਸ਼ਿਆਂ ਦਾ ਲੱਕ ਤੋੜਤਾ। ਸੋ ਮੈਨੂੰ ਇਹ ਲੱਗਦਾ ਵੀ ਕੈਪਟਨ ਅਮਰਿੰਦਰ ਹੁਣ ਜ਼ਰੂਰ ਸਬੂਤ ਪੇਸ਼ ਕਰਨਗੇ ਕਿ ਆਹ ਸਬੂਤ ਹੈ ਨਵਜੋਤ ਸਿੰਘ ਸਿੱਧੂ ਤੇ ਕੇਜਰੀਵਾਲ ਦੀ ਮੀਟਿੰਗ ਦਾ। ਤੇ ਮੈਨੂੰ ਲੱਗਦਾ ਹੈ ਕਿ ਅਗਰ ਕੈਪਟਨ ਅਮਰਿੰਦਰ ਨੇ ਇਹ ਸਬੂਤ ਪੇਸ਼ ਕਰਤਾ ਤੇ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਸਿਆਸੀ ਨੁਕਸਾਨ ਹੋਊਗਾ।
ਹੁਣ ਸਵਾਲ ਇਹ ਹੈ ਵੀ ਜੇ ਕੈਪਟਨ ਅਮਰਿੰਦਰ ਸਿੰਘ ਸਬੂਤ ਪੇਸ਼ ਨਾ ਕਰ ਸਕੇ ਫਿਰ ਕੀ ਹੋਊਗਾ। ਇਹ ਵੀ ਸਿਆਸਤ 'ਚ ਇੱਕ ਬਰਾਬਰ ਸਵਾਲ ਹੈ। ਅਗਰ ਕੈਪਟਨ ਅਮਰਿੰਦਰ ਸਿੰਘ ਸਬੂਤ ਪੇਸ਼ ਨਾ ਕਰ ਸਕੇ ਤੇ ਕਿਉਂਕਿ ਕੈਪਟਨ ਅਮਰਿੰਦਰ ਦੀ ਜਿਹੜੀ ਵੀਡੀਓ ਰਿਕਾਰਡਿੰਗ ਆ ਉਹ ਬੀਬੀ ਪੱਤਰਕਾਰ ਨਾਲ ਜਿਹੜੀ ਗੱਲਬਾਤ ਹੁੰਦੀ ਸੀ ਨਾ, ਉਹ ਵੀਡੀਓ ਐਵੀਡੈਂਸ ਹੈ ਇੱਕ। ਤੇ ਮੈਨੂੰ ਲੱਗਦਾ ਸਿੱਧੂ ਉਹਦੀ ਕਟਿੰਗ ਵੀ ਇੱਕ ਅੱਧੇ ਦਿਨ 'ਚ ਸ਼ਾਇਦ ਪੋਸਟ ਕਰ ਦੇ, ਜਿਹ 'ਚ ਕੈਪਟਨ ਅਮਰਿੰਦਰ ਕਹਿੰਦੇ ਸੀ ਵੀ ਪਤਾ ਲੱਗਿਆ ਵੀ ਇਹਦੀਆਂ ਮੀਟਿੰਗਾਂ ਹੋ ਰਹੀਆਂ ਨੇ ਕੇਜਰੀਵਾਲ ਨਾਲ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਜਿਹੜਾ ਕੋਈ ਵੀ ਸ਼ਬਦ ਬੋਲਿਆ ਜਾਂਦਾ ਹੈ, ਉਹ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਖਾਸ ਲਾਇਬ੍ਰੇਰੀ ਹੈ ਮੈਨੂੰ ਲੱਗਦਾ, ਜਾਂ ਕੋਈ ਮਸ਼ੀਨ ਹੈ, ਉਹ ਸੰਭਾਲ ਕੇ ਰੱਖਦੇ ਨੇ ਸਾਰੇ ਉਹਦੇ ਵਿੱਚ, ਔਰ ਲੋਡ ਪੈਣ ਤੇ ਕੱਢ ਲੈਂਦੇ ਨੇ। ਪੁਰਾਣੇ ਕਿੰਨੇ ਉਹਨਾਂ ਨੇ ਦੇਖੋ, ਉਹਨਾਂ ਨੇ ਆਪਣੇ ਵੀ ਬਿਆਨ ਕਹੀ ਕਿ ਜੋ ਮੇਰਾ ਪਹਿਲਾ ਸਟੈਂਡ ਸੀ ਮੇਰਾ ਅੱਜ ਵੀ ਉਹੀ ਸਟੈਂਡ ਹੈ, ਮੈਂ ਅੱਜ ਵੀ ਉਸੇ ਗੱਲ ਤੇ ਖੜਾ। ਇਹਦਾ ਮਤਲਬ ਹੈ ਕਿਸੇ ਵਿਅਕਤੀ ਦੀ ਇਹਦੇ ਤੋਂ ਸਮਝਦਾਰੀ ਤੇ ਇਮਾਨਦਾਰੀ ਦੋਨਾਂ ਦਾ ਪ੍ਰਦਰਸ਼ਨ ਹੁੰਦਾ ਹੈ। ਹੁਣ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਇਹ ਕਿਉਂ ਕਿਹਾ ਗਿਆ ਕਿ ਉਹ ਪਾਰਟੀ ਛੱਡਣ ਦੀ ਤਿਆਰੀ ਕਰ ਰਿਹਾ ਹੈ ਜਾਂ ਉਹ ਕਿਤੇ ਹੋਰ ਜਾ ਨਹੀਂ ਸਕਦਾ, ਉਹ ਕੇਜਰੀਵਾਲ ਨਾਲ ਮੀਟਿੰਗਾਂ ਕਰ ਰਿਹਾ ਹੈ। ਔਰ ਉਸ ਦਿਨ ਤੱਕ ਜਦ ਤੱਕ ਇਹ ਨਹੀਂ ਸੀ ਕਿਹਾ ਗਿਆ ਗਗਨ ਜੀ, ਉਦੋਂ ਤੱਕ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਇਸ਼ਾਰਿਆਂ 'ਚ ਆਪਣੀ ਗੱਲ ਰੱਖ ਰਿਹਾ ਸੀ, ਸਿੱਧਾ ਨਹੀਂ ਸੀ ਹੋਇਆ। ਉਸ ਮੀਟਿੰਗ ਤੋਂ ਬਾਅਦ ਮੈਨੂੰ ਲੱਗਦਾ ਸਿੱਧੂ ਸਿੱਧਾ ਹੋ ਗਿਆ ਤੇ ਹੁਣ ਕਾਂਗਰਸ 'ਚ ਜਿਹੜੀ ਧਰਥੱਲੀ ਮੱਚੀ ਪਈ ਹੈ। ਸੋ ਮੈਂ ਵੀ ਪਿਛਲੇ ਕਈ ਦਿਨਾਂ ਦੇ ਜਿਹੜੇ ਐਨਾਲਿਸਿਸ ਕਰਦਾ, ਮੈਨੂੰ ਵੀ ਇੱਕ ਦੋ ਕਾਂਗਰਸੀ ਲੀਡਰਾਂ ਦੇ ਖੱਬੇ ਸੱਜਿਓਂ ਸੁਨੇਹੇ ਲੈ ਕੇ ਟੈਲੀਫੋਨ ਆ ਰਹੇ ਨੇ, ਪਰ ਜਿਹੜਾ ਸੱਚ ਹੈ ਉਹ ਤੋਂ ਵੱਡਾ ਸੱਚ ਕੁਝ ਨਹੀਂ ਹੁੰਦਾ। ਸੋ ਇਸ ਕਰਕੇ ਮੇਰਾ ਤਾਂ ਇਹ ਕਹਿਣਾ ਹੈ ਵੀ ਕਾਂਗਰਸ ਦੀ ਹਾਈ ਕਮਾਂਡ ਨੂੰ ਕਾਂਗਰਸ ਦੀ ਖਿਆਲ ਰੱਖਣ ਦੀ ਜ਼ਰੂਰਤ ਹੈ, ਨਹੀਂ ਤਾਂ ਕੱਚੀਆਂ ਨੀਆਂ ਦੀਆਂ ਇੱਟਾਂ। ਗਗਨ ਕੀ ਹੁੰਦਾ ਸ਼ਹਿਰਾਂ 'ਚ ਜਾਂ ਪਿੰਡਾਂ 'ਚ ਵੀ ਕਈ ਵਾਰੀ ਲੋਕ ਨੀਆਂ ਭਰ ਕੇ ਪਲਾਟ ਦੀਆਂ ਛੱਡ ਦਿੰਦੇ, ਤੇ ਜਦੋਂ ਸਾਲ ਕੁ ਬਾਅਦ ਗੇੜਾ ਮਾਰਦੇ ਨੇ ਇੱਟਾਂ ਹੀ ਨਹੀਂ ਹੁੰਦੀਆਂ, ਉਹ ਫਿਰ ਬੰਦਾ ਬੜਾ ਹੈਰਾਨ ਹੁੰਦਾ ਵੀ ਅਸੀਂ ਤਾਂ ਇੱਥੇ ਇੱਟਾਂ ਦੀਆਂ ਨੀਆਂ ਭਰ ਕੇ ਗਏ ਸੀ ਤੇ ਇਹ ਰੜਾ ਮੈਦਾਨ ਬਣਿਆ ਪਿਆ। ਸੋ ਇਸੇ ਕਰਕੇ ਹਰ ਕਿਸੇ ਚੀਜ਼ ਦਾ ਖਿਆਲ ਰੱਖਣਾ ਪੈਂਦਾ। ਸਰਕਾਰ ਨੂੰ ਸੰਗਠਨ ਦਾ ਖਿਆਲ ਰੱਖਣ ਦੀ ਲੋੜ ਹੈ, ਪਾਰਟੀ 'ਚ ਕੀ ਹੋ ਰਿਹਾ, ਪੰਜਾਬ 'ਚ ਕੀ ਹੋ ਰਿਹਾ, ਹਾਈ ਕਮਾਂਡ ਨੂੰ ਖਿਆਲ ਰੱਖਣ ਦਾ ਲੋੜ ਹੈ। ਇਹ ਨਾ ਹੋਵੇ ਕਿ ਕਾਂਗਰਸ ਦੀ ਕੰਧ ਹੀ ਚੋਰੀ ਹੋਈ ਹੋਵੇ ਜਦੋਂ ਨੂੰ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਪੰਜਾਬ ਆਉਣ। ਸੋ ਇਸ ਕਰਕੇ ਹੁਣ ਸਿੱਧੂ ਨੇ ਜਿਹੜੀਆਂ ਗੱਲਾਂ ਕਰਤੀਆਂ ਜਗਨ, ਇਹ ਗੱਲਾਂ ਭਾਵੇਂ ਹਾਸੇ ਮਜ਼ਾਕ ਹੋ ਰਹੀਆਂ ਨੇ ਪਰ ਇਹ ਬਹੁਤ ਗੰਭੀਰ ਗੱਲਾਂ ਨੇ। ਇਹ ਇੱਕ ਗੰਭੀਰ ਗੱਲ ਅੱਜ ਨਵਜੋਤ ਸਿੰਘ ਸਿੱਧੂ ਨੇ ਕੀਤੀ, ਔਰ ਉਹਨੇ ਇਹ ਵੀ ਗੱਲ ਸਾਫ਼ ਕਰਤੀ ਕਿ ਮੈਂ ਅਹੁਦਾ ਕਿਉਂ ਨਹੀਂ ਲੈ ਰਿਹਾ। ਉਹ ਕਹਿੰਦਾ ਮੈਂ ਤਾਂ ਪੰਜਾਬ ਦਾ ਪੱਖ ਦੇਖ ਰਿਹਾ, ਮੈਨੂੰ ਅਹੁਦੇ ਦਾ ਲਾਲਚੀ ਨਹੀਂ। ਮੈਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਨਾ, ਹੁਣ ਉਹ ਦੇਖੋ ਕਿੰਨੀ ਵਾਰੀ ਉਹਨੂੰ ਸੱਦ ਲਿਆ ਵੀ ਭਾਈ ਮੰਤਰੀ ਬਣ ਜਾ, ਭਾਈ ਮੰਤਰੀ ਬਣ ਜਾ, ਉਹ ਨਹੀਂ ਬਣਦਾ। ਇਹਨੂੰ ਤੁਸੀਂ ਗਗਨ, ਤੁਹਾਡੀ ਟਿੱਪਣੀ ਛੋਟੀ ਜਿਹੀ ਮੈਂ ਲੈਣਾ ਚਾਹੁੰਦਾ ਅੱਜ, ਤੁਸੀਂ ਇਹਨੂੰ ਕਿਵੇਂ ਵੇਖੋਗੇ? ਕਿਸੇ ਵਿਅਕਤੀ ਨੂੰ ਆਪਾਂ ਬਾਰ-ਬਾਰ ਕਹੀ ਚੱਲੀਏ ਵੀ ਮੰਤਰੀ ਬਣ ਜਾ, ਮੰਤਰੀ ਬਣ ਜਾ, ਹੈ ਜੀ, ਤੇ ਉਹ ਮੰਤਰੀ ਬਣੇ ਹੀ ਨਾ, ਤੇ ਇਹਦਾ ਮਤਲਬ ਇਹਦੇ ਪਿੱਛੇ ਕੀ ਲਾਲਚ ਆ ਉਹਦਾ? ਦੇਖੋ ਡੱਲਾ ਸਾਹਿਬ, ਜਿਸ ਤਰ੍ਹਾਂ ਅੱਜ ਵੀ ਜਿਹੜੇ ਟਵੀਟ ਉਹਨਾਂ ਨੇ ਕੀਤਾ ਉਸ ਦੇ ਵਿੱਚ ਵੀ ਇੱਕ ਪ੍ਰੈਸ ਕਾਨਫਰੰਸ ਦਾ ਅੰਸ਼ ਦਿੱਤਾ, ਮੈਨੂੰ ਲੱਗਦਾ ਉਸ ਪ੍ਰੈਸ ਕਾਨਫਰੰਸ 'ਚ ਤੁਸੀਂ ਵੀ ਮੌਜੂਦ ਸੀ। ਉਸ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਹੁਣ ਤੱਕ ਜਿੰਨੇ ਅਹੁਦੇ ਛੱਡੇ ਨੇ ਸਿਰਫ ਪੰਜਾਬ ਦੇ ਲਈ ਛੱਡੇ ਨੇ, ਮੇਰੇ ਪਰਿਵਾਰ ਨੇ, ਮੇਰੇ ਪੁੱਤਰ ਨੇ। ਜਿਹੜਾ ਅਹੁਦਾ ਛੱਡਿਆ ਪੰਜਾਬ ਦਾ ਬਹੁਤ ਵੱਡਾ ਅਹੁਦਾ ਸੀ, ਅਸਿਸਟੈਂਟ ਐਡਵੋਕੇਟ ਜਨਰਲ ਦਾ ਅਹੁਦਾ ਸੀ, ਉਹ ਵੀ ਸਿਰਫ ਇਸੇ ਕਰਕੇ ਛੱਡਿਆ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਰਾਜਨੀਤੀ ਨੂੰ ਲੈ ਕੇ ਕੋਈ ਜਿਹੜੀ ਰਾਜਨੀਤੀ ਨਾ ਹੋ ਸਕੇ। ਸੋ ਇਸ ਤੋਂ ਸਾਫ਼ ਹੈ ਕਿ ਉਹ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਸਾਫ਼ ਰੱਖਣਾ ਚਾਹੁੰਦੇ ਨੇ ਤੇ ਵੈਸੇ ਵੀ ਆਪਣਾ ਜਿਹੜੀ ਇਮੇਜ ਆ ਉਹ ਸਾਫ਼ ਬਣਾ ਕੇ ਰੱਖਣੀ ਚਾਹੁੰਦੇ ਨੇ। ਸੋ ਬਿਲਕੁਲ ਠੀਕ ਹੈ ਤੁਹਾਡੀ ਗੱਲ। ਔਰ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਦਾ ਉਹ ਟੈਲੀਵਿਜ਼ਨ ਵਾਲਾ ਪ੍ਰੋਗਰਾਮ ਵੀ ਛੁੱਟ ਗਿਆ, ਕਿਉਂਕਿ ਕਈ ਵਾਰੀ ਇਹ ਰੁਜ਼ਗਾਰ ਦੇ ਸਾਧਨ ਨੇ ਜੇ ਦੇਖੋ ਬਹੁਤ ਸਾਰੇ ਲੀਡਰ ਨੇ, ਉਹਨਾਂ ਦੇ ਤਾਂ ਕਈ ਤਰ੍ਹਾਂ ਦੇ ਕੰਮ ਚੱਲਦੇ ਨੇ, ਉਹਨਾਂ ਦੀ ਹਿੱਸਾ ਪੱਤੀ ਪਾਈ ਹੁੰਦੀ, ਮਾੜਾ ਮੋਟਾ ਹੇਠ ਹੁੱਤ ਕੀਤਾ ਹੁੰਦਾ ਉਹਨਾਂ ਦਾ, ਕਿਸੇ ਨਾ ਕਿਸੇ ਕੰਮ 'ਚ, ਕੋਈ ਰੇਤੇ 'ਚ ਕੀਤਾ ਹੁੰਦਾ, ਕਿਸੇ ਸ਼ਰਾਬ 'ਚ। ਦੇਖੋ ਮੈਂ ਇਹ ਵੀ ਸੋਚਦਾ ਕਈ ਵਾਰੀ ਕਿ ਬੜੀਆਂ ਸਿੱਟਾਂ ਦਾ ਰਿਵਾਜ ਆ ਅੱਜ ਕੱਲ੍ਹ ਪੰਜਾਬ 'ਚ। ਜੇ ਇੱਕ ਅੱਧੀ ਸਿੱਟ ਬਣ ਜੇ ਨਾ, ਪਤਾ ਲੱਗ ਜੇ ਪੰਜਾਬ ਦੇ ਕਿੰਨੇ ਕੁ ਲੀਡਰ ਸ਼ਰਾਬ ਦਾ ਕੰਮ ਕਰਦੇ ਨੇ। ਉਹਨਾਂ 'ਚੋਂ ਪੀਂਦੇ ਭਾਵੇਂ ਕਈ ਨਾ ਹੋਣ, ਜ਼ਰੂਰੀ ਨਹੀਂ ਸਾਰੇ ਲੀਡਰ ਸ਼ਰਾਬ ਨਹੀਂ ਪੀਂਦੇ, ਪਰ ਬਹੁਤ ਸਾਰੇ ਲੀਡਰ ਨੇ ਸ਼ਰਾਬ ਦਾ ਕੰਮ ਕਰਦੇ ਨੇ, ਰੇਤੇ ਦਾ ਕੰਮ ਕਰਦੇ ਨੇ, ਕੋਈ ਠੇਕੇਦਾਰੀਆਂ ਕਰਦਾ, ਕਿਸੇ ਦੀਆਂ ਫੈਕਟਰੀਆਂ ਨੇ, ਕਿਸੇ ਦੀਆਂ ਮਿੱਲਾਂ ਨੇ, ਕੋਈ ਕਮਿਸ਼ਨ ਦਾ ਕੰਮ ਕਰਦਾ, ਕੋਈ ਵਿਆਜ ਤੇ ਪੈਸੇ ਦਿੰਦਾ ਹੈ ਜੀ, ਕਿਸੇ ਦੇ ਭਰਾ ਫੈਕਟਰੀ ਚਲਾਉਂਦੇ ਨੇ। ਸੋ ਇਹ ਇਸ ਤਰ੍ਹਾਂ ਦੇ ਕੰਮ ਨੇ। ਕਿਸੇ ਦੀ ਕੋਈ ਅੱਗੇ ਪਿੱਛੇ ਇਮੀਗ੍ਰੇਸ਼ਨ ਕੰਪਨੀਆਂ ਨਾਲ ਜੁੜਿਆ ਹੋਇਆ ਹੈ ਜੀ, ਕੋਈ ਟੂਰ ਐਂਡ ਟਰੈਵਲ ਦੇ ਨਾਲ ਮਾੜਾ ਮੋਟਾ ਕਿਸੇ ਦੀ ਹਿੱਸਾ ਪੱਤੀ ਆ। ਬੱਸਾਂ ਵਾਲੇ ਤਾਂ ਆਮ ਹੀ ਆ, ਬੱਸ ਟਰੱਕ ਹੋਟਲਾਂ ਵਾਲੇ ਤਾਂ ਆਮ ਹੀ ਨੇ ਲੀਡਰ। ਸੋ ਜਿੰਨੇ ਮੋਟੇ ਕੰਮ ਨੇ ਉਹ ਸਾਰੇ ਲੀਡਰ ਕਰਦੇ ਨੇ। ਤੇ ਸਿੱਧੂ ਤਾਂ ਇੱਕ ਟੈਲੀਵਿਜ਼ਨ ਦਾ ਪ੍ਰੋਗਰਾਮ 'ਚ ਹੀ ਬੈਠਦਾ ਸੀ ਜਾ ਕੇ, ਸੋ ਉਹਦਾ ਉਹ ਵੀ ਛੁੱਟ ਗਿਆ। ਸੋ ਇਸ ਕਰਕੇ ਇਹ ਬਹੁਤ ਗੰਭੀਰਤਾ ਦੇ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਹੁਣ ਜਿਹੜਾ ਪੰਜਾਬ ਹੈ ਨਾ, ਉਹ ਪੰਜਾਬ ਹੁਣ ਥੋੜ੍ਹਾ ਜਿਹਾ ਵੱਖਰਾ ਰੁਝਾਨ ਪੇਸ਼ ਕਰ ਰਿਹਾ। ਦੇਖੋ ਪੰਜਾਬੀਆਂ ਨੇ ਹਮੇਸ਼ਾ ਹੀ ਆਪਣੇ ਵੱਲੋਂ ਤਾਂ ਪੂਰੀ ਦੁਨੀਆ 'ਚ ਜਾਂ ਹਿੰਦੁਸਤਾਨ 'ਚ ਕ੍ਰਾਂਤੀ ਦਾ ਸਿਹਰਾ ਜਿਹੜਾ ਉਹ ਪੰਜਾਬ ਦੇ ਸਿਰ ਜਾਂਦਾ, ਪੰਜਾਬੀਆਂ ਦੇ ਸਿਰ ਜਾਂਦਾ, ਭਾਵੇਂ ਪੰਜਾਬੀ ਕਿਤੇ ਵੀ ਬੈਠੇ ਹੋਣ। ਹੁਣ ਆ ਕਿਸਾਨ ਅੰਦੋਲਨ ਹੋਇਆ, ਦੇਖੋ ਦੁਨੀਆ ਭਰ ਦੇ ਪੰਜਾਬੀਆਂ ਨੇ ਕਿਵੇਂ ਵਿੱਚ ਯੋਗਦਾਨ ਪਾਇਆ। ਮੁਲਕ 'ਚ ਕੋਈ ਵਿਪਤਾ ਪੈਂਦੀ ਹੈ,
ਆ ਦੇਖੋ ਕੋਵਿਡ ਦੀ ਕਿੱਡੀ ਵੱਡੀ ਵਿਪਤਾ ਸੀ, ਪੰਜਾਬੀਆਂ ਨੇ ਸਭ ਤੋਂ ਪਹਿਲ ਮਾਰੀ। ਗੁਰਦੁਆਰਾ ਸਾਹਿਬ ਦੇ ਬਾਹਰ ਆਕਸੀਜਨ ਲਾਤੀ ਮਰੀਜ਼ਾਂ ਨੂੰ। ਦੱਸੋ ਤੁਸੀਂ ਦੇਖਿਆ ਸੀ ਕਿਤੇ ਦੁਨੀਆ 'ਚ ਐ ਹੋਵੇ ਕਿ ਗੁਰਦੁਆਰੇ 'ਚ ਆਕਸੀਜਨ ਦੀ ਸੇਵਾ? ਮੁੜ ਕੇ ਲੰਗਰ ਤਾਂ ਹਮੇਸ਼ਾ ਹੀ ਚੱਲਦਾ ਰਿਹਾ ਜਦੋਂ ਦਾ ਕੋਵਿਡ ਰਿਹਾ। ਸੋ ਇਸ ਕਰਕੇ ਪੰਜਾਬੀ ਇਸ ਗੱਲੋਂ ਕਾਫੀ ਜ਼ਿਆਦਾ ਜਿਹੜੇ ਨੇ ਉਹਨਾਂ ਤੇ ਆਸ਼ੀਰਵਾਦ ਹੈ ਕਿ ਉਹ ਕਿਸੇ ਵੀ ਸੱਚ ਲਈ ਸਭ ਤੋਂ ਮੂਹਰੇ ਆ ਜਾਂਦੇ। ਸੋ ਹੁਣ ਜਵਾਬ ਤਾਂ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਦੇ ਖੇਮੇ ਨੂੰ ਦੇਣਾ ਪਊਗਾ। ਕੋਈ ਸਬੂਤ ਸਬਾਤ ਕੱਢਣਾ ਚਾਹੀਦਾ ਕੈਪਟਨ ਅਮਰਿੰਦਰ ਨੂੰ ਮਾੜਾ ਮੋਟਾ, ਤਾਂ ਕਿ ਸਿੱਧੂ ਤੋਂ ਵੀ ਸਵਾਲ ਪੁੱਛ ਸਕੀਏ ਵੀ ਸਿੱਧੂ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ ਮਿਲਿਆ ਹੀ ਨਹੀਂ ਕਦੀ ਕਿਸੇ ਲੀਡਰ ਨੂੰ, ਤੁਸੀਂ ਤਾਂ ਟਵੀਟ ਕਰਦੇ ਸੀ। ਸੋ ਸਿੱਧੂ ਤੇ ਸਵਾਲ ਤਾਂ ਹੀ ਬਣੂਗਾ ਨਾ ਜੇ ਹੁਣ ਦੂਜੇ ਪਾਸਿਓਂ ਕੋਈ ਸਮਾਨ ਆਊਗਾ ਜੀ। ਹੁਣ ਸਿੱਧੂ ਦਾ ਸਾਰੇ ਕੱਢ ਚੀਜ਼ਾਂ, ਜਿਵੇਂ ਛੋਟੇ ਬੱਚੇ ਦੀਵਾਲੀ ਤੋਂ ਪਹਿਲਾਂ ਆਪਣੇ ਸਾਰੇ ਪਟਾਕੇ ਚਲਾ ਲੈਂਦੇ ਆ, ਸੋ ਮੈਨੂੰ ਲੱਗਦਾ ਸਰਕਾਰੀ ਧਿਰ ਨੇ ਵਕਤ ਤੋਂ ਪਹਿਲਾਂ ਹੀ ਸਾਰੀਆਂ ਗੱਲਾਂ ਕਰਤੀਆਂ। ਤੇ ਹੁਣ ਪਤਾ ਨਹੀਂ ਉਹਨਾਂ ਕੋਲੇ ਕੋਈ ਇਹੋ ਜਿਹਾ ਸਬੂਤ ਕੋਈ ਹੈ ਜਾਂ ਨਹੀਂ ਹੈ। ਹੁਣ ਤਾਂ ਵਿਜੀਲੈਂਸ ਵਾਲੇ ਵੀ ਕਹਿੰਦੇ ਚੁੱਪ-ਚਾਪ ਹੀ ਕਰ ਗਏ ਜੀ। ਕੀ ਲੱਗਦਾ ਕਰੂ ਹਿਲਜੁਲ ਵਿਜੀਲੈਂਸ? ਉਹ ਤਾਂ ਡੱਲਾ ਸਾਹਿਬ ਹੁਣ ਜਿਸ ਤਰ੍ਹਾਂ ਪ੍ਰੈਸ ਕਾਨਫਰੰਸਾਂ ਹੋ ਲੀਆਂ, ਇੱਕ ਪ੍ਰੈਸ ਕਾਨਫਰੰਸ ਕਹਿੰਦੇ ਹਾਈ ਕਮਾਨ ਨੇ ਰੋਕਤੀ ਸੀ ਕਿ ਹੁਣ ਨਾ ਪ੍ਰੈਸ ਕਾਨਫਰੰਸਾਂ ਕਰੋ, ਅਸੀਂ ਆਪ ਵਿੱਚ ਪੈ ਕੇ ਜਿਹੜਾ ਮਸਲਾ ਬਿਲਕੁਲ ਠੀਕ ਹੈ। ਪਰ ਦੇਖੋ ਸਿੱਧੂ ਨਹੀਂ ਰੁਕਿਆ, ਸਿੱਧੂ ਦਾ ਟਵੀਟ ਉਸੇ ਤਰ੍ਹਾਂ ਜਾਰੀ ਹੈ। ਬਿਲਕੁਲ। ਸੋ ਦੇਖਦੇ ਹਾਂ ਹੁਣ ਇਹਦੇ ਤੇ ਬਣਦਾ ਕੀ ਹੈ ਗਗਨ। ਸੋ ਸਥਿਤੀਆਂ ਕਾਂਗਰਸ ਦੀਆਂ ਬਹੁਤ ਜ਼ਿਆਦਾ ਚੁਣੌਤੀਪੂਰਵਕ ਹੁੰਦੀਆਂ ਜਾ ਰਹੀਆਂ ਨੇ। ਉੱਤੋਂ ਹਰੀਸ਼ ਰਾਵਤ ਨਹੀਂ ਆਏ। ਦੇਖੋ ਮੈਨੂੰ ਆਸ ਸੀ ਵੀ ਆ ਸ਼ਨੀ ਐਤਵਾਰ ਹੀ ਆ ਜਾਣਗੇ, ਹੋਰ ਨਹੀਂ ਤਾਂ। ਸੋ ਅੱਜ ਦੇਖ ਲਓ ਸ਼ਾਇਦ ਸ਼ਾਮ ਤੱਕ ਅੱਜ ਆ ਜਾਣਾ, ਐਤਵਾਰ ਹੈ। ਸੋ ਜੇ ਅੱਜ ਵੀ ਹਰੀਸ਼ ਰਾਵਤ ਨਾ ਆਏ ਤੇ ਇਹਦਾ ਮਤਲਬ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਕੋਈ ਗਹਿਰਾ ਪੱਤਾ ਖੇਡੂਗੀ। ਆ ਕੱਲ ਪਰਸੋਂ 2 ਦਿਨ ਆਵਾਜ਼ ਵੀ ਉੱਠੀ ਸੀ, ਕਹਿੰਦੇ ਕੇਸੀ ਵੇਨੂਗੋਪਾਲ ਉਹਨਾਂ ਦਾ ਕੋਈ ਬਿਆਨ ਆਇਆ, ਕੋਈ ਕਮੇਟੀ ਬਣਾ ਰਹੇ ਨੇ। ਪਰ ਮੈਨੂੰ ਲੱਗਦਾ ਜੇ ਕੋਈ ਕਮੇਟੀ ਬਣਨੀ ਆ ਉਹਦੇ 'ਚ ਜਾਖੜ ਜਾਂ ਹਰੀਸ਼ ਰਾਵਤ ਨੂੰ ਨਹੀਂ ਪਾਉਂਦੇ, ਕਿਉਂਕਿ ਇਹ ਤਾਂ ਪਹਿਲਾਂ ਹੀ ਪੰਜਾਬ 'ਚ ਹੈਗੇ ਨੇ। ਸੋ ਮੈਨੂੰ ਲੱਗਦਾ, ਮੈਂ ਪਹਿਲਾਂ ਵੀ ਕਿਹਾ ਸੀ, ਜੇ ਕੋਈ ਕਮੇਟੀ ਬਣਦੀ ਹੈ ਤੇ ਉਹਦੇ 'ਚ ਕੋਈ ਉੱਚ ਕੋਟੀ ਦੇ ਲੀਡਰ ਹੋਣਗੇ ਜਿਹੜੇ ਕੈਪਟਨ ਅਮਰਿੰਦਰ ਦੇ ਬਰਾਬਰ ਦਾ ਕੱਦ ਰੱਖਦੇ ਹੋਣ। ਭਾਵੇਂ ਗੁਲਾਮ ਨਬੀ ਆਜ਼ਾਦ ਨੂੰ ਪਾ ਦੇਣ, ਉਹ ਵੀ ਆ G23 ਤੂਈ ਦੇ ਨਾਮ ਬੜੇ ਅੱਜ ਕੱਲ੍ਹ ਚੱਲਦੇ ਸੀ ਕਾਂਗਰਸ ਦੇ, ਕਹਿੰਦੇ G23 ਵਾਲੇ ਕਈ ਹੋ ਗਏ, ਕਹਿੰਦੇ ਅੱਜ ਕੱਲ੍ਹ ਬ੍ਰਾਂਡ ਕਰ ਦਿੰਦੇ ਨਾ ਲੀਡਰਾਂ ਨੂੰ। ਉੱਦਾਂ ਦਾ ਗੁਲਾਮ ਨਬੀ ਆਜ਼ਾਦ ਵੀ ਪੱਕੇ ਕਾਂਗਰਸੀ ਹੈ। ਸੋ ਗੁਲਾਮ ਨਬੀ ਆਜ਼ਾਦ ਵਰਗੇ ਕੋਈ ਸੀਨੀਅਰ ਲੀਡਰ ਹੋ ਸਕਦਾ ਇਸ ਕਮੇਟੀ 'ਚ ਪਾ ਦਿੱਤੇ ਜਾਣ। ਕੇਸੀ ਵੇਨੂਗੋਪਾਲ ਉਹਨਾਂ ਨੂੰ ਪਾਇਆ ਜਾ ਸਕਦਾ। ਡੱਲਾ ਸਾਹਿਬ ਜਿਸ ਤਰ੍ਹਾਂ ਹੁਣ ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਗੱਲ ਆਖੀ ਹੈ ਕਿ ਹੁਣ ਹਾਈ ਕਮਾਨ ਜਿਹੜੀ ਇਸ ਸੰਦਰਭ 'ਚ ਨੂੰ ਵੇਖ ਰਹੀ ਹੈ ਤੇ ਜਲਦ ਜਿਹੜੀ ਆਸ ਕਰਦੇ ਹਾਂ ਕਿ ਇਸ ਦੇ ਵਿੱਚ ਵੀ ਕੋਈ ਨਾ ਕੋਈ ਹੱਲ ਨਿਕਲੇ। ਇਸ ਤੋਂ ਤੱਕ ਨਹੀਂ ਰਿਹਾ ਕਿ ਹੁਣ ਹਰੀਸ਼ ਰਾਵਤ ਦਾ ਪੰਜਾਬ ਆਉਣਾ ਫਿਲਹਾਲ ਦੇ ਲਈ ਹਜੇ ਕੋਈ ਮਾਇਨੇ ਨਹੀਂ ਦਿਖਾਉਂਦਾ, ਕਿਉਂਕਿ ਜਦੋਂ ਤੱਕ ਹਾਈ ਕਮਾਨ ਜੇ ਕੋਈ ਕਮੇਟੀ ਦਾ ਗਠਨ ਵੀ ਕਰਦੀ ਹੈ ਤਾਂ ਉਹ ਦਿੱਲੀ ਦੇ ਵਿੱਚ ਹੀ ਬੈਠ ਕੇ ਕੰਮ ਕਰੇਗੀ, ਪੰਜਾਬ ਆ ਕੇ। ਪਰ ਹਰੀਸ਼ ਰਾਵਤ ਤਾਂ ਪ੍ਰਭਾਰੀ ਹੈ ਨਾ ਜੀ ਕਾਂਗਰਸ ਦੇ। ਹਰੀਸ਼ ਰਾਵਤ ਬਤੌਰ ਪ੍ਰਭਾਰੀ ਤਾਂ ਆਪਣਾ ਕੰਮ ਕਰ ਸਕਦੇ ਆ ਨਾ। ਇਹ ਵੀ ਗੱਲ ਹੋ ਸਕਦੀ ਹੈ ਕਿ ਜਿਹੜੀ ਨਵੀਂ ਕਮੇਟੀ ਬਣੇ ਉਹ 'ਚ ਹਰੀਸ਼ ਰਾਵਤ ਨੂੰ ਨਾ ਲਿਆ ਜਾਵੇ, ਉਹਦੇ 'ਚ ਨਾ ਸੁਨੀਲ ਜਾਖੜ ਨੂੰ ਲਿਆ ਜਾਵੇ, ਕਿਉਂਕਿ ਇਹਨਾਂ ਤੋਂ ਤਾਂ ਪੁੱਛਣਾ ਹੈ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਰਾਵਤ ਸਾਹਿਬ ਤੁਸੀਂ ਐਡੀ ਮਿਹਨਤ ਕੀਤੀ ਪੰਜਾਬ ਜਾ ਕੇ, ਉਹਦਾ ਰਿਜ਼ਲਟ ਕੀ ਨਿਕਲਿਆ? ਵੀ ਸੁਨੀਲ ਜਾਖੜ ਸਾਹਿਬ ਤੁਸੀਂ ਤਾਂ ਪ੍ਰਧਾਨ ਹੋ ਪੰਜਾਬ ਦੇ, ਤੁਹਾਡਾ ਕੀ ਕੰਟਰੋਲ ਨਹੀਂ ਹੈਗਾ MLA ਤੇ? ਵੀ ਜਾਖੜ ਸਾਹਿਬ ਤੁਹਾਡੀ ਜ਼ਿੰਮੇਵਾਰੀ ਕੀ ਬਣਦੀ ਹੈ? ਹੁਣ ਸਿੱਧੂ ਦੇ ਜਾਖੜ ਦੇ ਹੱਕ 'ਚ ਤਾਂ ਸਿੱਧੂ ਪ੍ਰਚਾਰ ਕਰਦਾ ਸੀ, ਹੈ ਗਗਨ ਜੀ। ਸੋ ਇਸ ਕਰਕੇ ਜਵਾਬਦੇਹੀ ਸੁਨੀਲ ਜਾਖੜ ਉਹਨਾਂ ਤੋਂ ਵੀ ਬਣ ਸਕਦੀ ਹੈ, ਹਰੀਸ਼ ਰਾਵਤ ਤੋਂ ਵੀ ਜਵਾਬਦੇਹੀ ਬਣ ਸਕਦੀ ਹੈ, ਕੈਪਟਨ ਅਮਰਿੰਦਰ ਤੋਂ ਵੀ ਹਾਈ ਕਮਾਂਡ ਦੀ ਕਮੇਟੀ ਪੁੱਛ ਸਕਦੀ ਹੈ ਵੀ ਕੈਪਟਨ ਸਾਹਿਬ ਤੁਸੀਂ ਤਾਂ ਐਡੇ ਤਜਰਬੇਕਾਰ ਲੀਡਰ ਹੋ, ਇਹ ਮਾਮਲਾ ਅੜਿਆ ਕਿੱਥੇ? ਤੇ ਹੋ ਸਕਦਾ ਹਾਈ ਕਮਾਂਡ ਸਬੂਤ ਮੰਗ ਲੇ ਵੀ ਕੈਪਟਨ ਸਾਹਿਬ ਆ ਦਿਓ ਸਬੂਤ ਸਾਨੂੰ ਵੀ ਜਿਹੜੀ ਮੀਟਿੰਗ ਹੋਈ ਹੈ ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਦੀ, ਕਿਉਂਕਿ ਸਿੱਧੂ ਨੇ ਪੱਕਾ ਸ਼ਿਕਾਇਤ ਲਾਈ ਹੋਣੀ ਹੈ। ਉਹ ਬਿਆਨ ਵੀ ਭੇਜਤਾ ਹੋਣਾ ਪ੍ਰਿੰਕਾ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਨੂੰ ਵੀ ਕੈਪਟਨ ਸਾਹਿਬ ਤਾਂ ਕਹਿ ਰਹੇ ਆ ਮੇਰੀਆਂ ਮੀਟਿੰਗਾਂ ਹੋ ਰਹੀਆਂ ਨੇ ਕੇਜਰੀਵਾਲ ਨਾਲ ਤੇ ਕੈਪਟਨ ਸਾਹਿਬ ਤੋਂ ਸਬੂਤ ਹੀ ਤੁਸੀਂ ਹੀ ਮੰਗਾ ਲਓ। ਤੇ ਸਿੱਧੂ ਨੇ ਕਹਿਤਾ ਹੋਣਾ ਵੀ ਜੇ ਗੱਲ ਸੱਚੀ ਨਿਕਲੇ ਵੀ ਮੇਰੀ ਕੇਜਰੀਵਾਲ ਨਾਲ ਮੀਟਿੰਗ ਹੋਈ ਹੈ ਤੇ ਜੋ ਸਜ਼ਾ ਦਊਂਗੇ ਮੈਂ ਤਿਆਰ ਹਾਂ, ਕੇਜਰੀਵਾਲ ਨੇ ਕਹਿਤਾ, ਉਹਨੇ ਕਹਿਤਾ ਹੋਣਾ ਸਿੱਧੂ ਨੇ। ਬਿਲਕੁਲ। ਸੋ ਵੀਡੀਓ ਦਾ ਵੀ ਕੰਸ਼ ਤੁਹਾਨੂੰ ਜ਼ਰੂਰ ਵਿਖਾਵਾਂਗੇ ਜੋ ਕੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਟਵੀਟ ਦੇ ਨਾਲ ਛੱਡੀ ਗਈ ਹੈ ਕਿ ਕੁਝ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ, ਉਹ ਸੁਣਦੇ ਹਾਂ। मेरा फैसला देखो क्या क्या बात पूछी है, मेरा फैसला सुन। छोटे वीर बहुत बढ़िया सवाल किया है, छोटे वीर बहुत बढ़िया सवाल। कोई फैसला नवजोत सिंह सिद्धू ने लिता हो, पंजाब ਲਈ ना लिता हो, अपने लिए लिता हो, मैंने नहीं पता। कोई एक बंदा ना लो इस हिंदुस्तान ਦੇ ਵਿੱਚ, ਇੱਕ ਬੰਦਾ ਨਾ ਲਓ ਜਿਹਨੇ 6 ਸਾਲ ਦੀ ਰਾਜ ਸਭਾ ਕੀਤੀ, ਇੱਕ ਨਾ ਇੱਕ ਬੰਦਾ ਨਾ ਲਓ ਜਿਹਨੇ ਐਮਪੀਗਿਰੀ ਛੱਡੀ ਹੋਵੇ, ਇੱਕ ਬੰਦਾ ਨਾ ਲਓ ਜਿਹਨੇ ਗੁਰੂ ਘਰ ਨਾ ਛੱਡਣ ਦੇ ਲਈ ਐਮਪੀਸ਼ਿਪ ਵੀ ਛੱਡੀ ਹੋਵੇ, ਆਈਐਨਪੀ ਮਿਨਿਸਟਰੀ ਵੀ ਛੱਡੀ। ਇੱਕ ਬੰਦਾ ਨਾ ਲਓ ਜਿਹੜਾ ਕਹਿੰਦਾ ਹੋਵੇ ਵੀ ਆ ਰਹਾ ਹੈ, ਜੇ ਕਿਸੇ ਹੋਰ ਰਾਹ ਤੇ ਤੋਰਨਾ ਕੋਈ ਗੱਲ ਨਹੀਂ, ਤੁਸੀਂ ਤੁਰੋ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਆ ਚੁੱਕੋ ਤੁਹਾਡੀ ਮਿਨਿਸਟਰੀ, ਤਾਂ ਹੀ ਤੇ ਤੁਹਾਡੇ ਤੋਂ ਜਾਣੀਆਂ ਆਸਾਂ ਨੇ। ਮੇਰੀ ਗੱਲ ਸੁਣੋ ਇੱਕ ਮਿੰਟ। ਇਸ ਕਰਕੇ ਜਦੋਂ ਮੈਂ ਬੀਜੇਪੀ ਵੀ ਛੱਡੀ ਸੀ, ਪਾਰਟੀ ਵਧੀਆ ਰਹਦੀ ਸੀ,
ਕੋਈ ਰੌਲਾ ਹੀ ਨਹੀਂ ਸੀ। ਆ ਚੱਕ ਬਈ ਕਰ ਕੰਪੇਨ ਇਹਨਾਂ ਦੀ। ਮੈਂ ਕਿਹਾ ਜੀ ਇਹ ਡਾਕੂ ਨੇ, ਮੈਂ ਨਹੀਂ ਕਰਨੀ। ਅੱਛਾ ਜੇ ਕੰਪੇਨ ਨਹੀਂ ਕਰਨੀ ਮਿੱਤਰਾ, ਕੰਪੇਨ ਨਹੀਂ ਕਰਨੀ ਨਾ ਕਰ, ਕੋਈ ਗੱਲ ਨਹੀਂ। ਫਿਰ ਪੰਜਾਬ ਤੋਂ ਦੂਰ ਰਹਿ। ਕਿਉਂ? ਮੈਂ ਜੜ ਤੋਂ ਦੂਰ ਹੋਇਆ? ਕੀ ਮੇਰਾ ਸੁਪਨਾ? ਜੇ ਮੈਂ ਆਪਣਾ ਘਰ ਨਹੀਂ ਸੰਭਾਲ ਸਕਦਾ, ਮੈਂ ਬਾਹਰ ਜਾ ਕੇ ਝਾੜੂ ਦਿੰਦਾ ਫਿਰਾਂ। ਤੇ ਡੱਲਾ ਸਾਹਿਬ ਉਧਰ ਹੁਣ ਪੰਜਾਬ ਦੇ ਵਿੱਚ ਵੀ ਇੱਕ ਪੰਜਾਬ ਸਰਕਾਰ ਨੂੰ ਅਲਟੀਮੇਟਮ ਇੱਕ ਹਫ਼ਤੇ ਦਾ ਮਹਿਲਾ ਕਮਿਸ਼ਨ ਦੇ ਮੁਖੀ ਦੇ ਵੱਲੋਂ ਦਿੱਤਾ ਗਿਆ ਸੀ। ਉਹ ਅਲਟੀਮੇਟਮ ਵੀ ਅੱਜ ਦੇਖੀਏ ਤਾਂ ਮੁੱਕ ਜਾਣਾ ਹੈ। ਕੀ ਲੱਗਦਾ ਹੈ ਕਿ ਅੱਜ ਜਵਾਬ ਦੇਗੀ? ਕਿਉਂਕਿ ਫਿਲਹਾਲ ਅੱਜ ਤਾਂ ਐਤਵਾਰ ਅਤੇ ਸਰਕਾਰੀ ਕੰਮ ਐਤਵਾਰ ਨੂੰ ਕਹਿੰਦੇ ਨਹੀਂ ਹੁੰਦੇ, ਤੇ ਕੱਲ੍ਹ ਨੂੰ ਲੱਗਦਾ ਹੈ ਕਿ ਉਸ ਦਾ ਜਵਾਬ ਆ ਸਕਦਾ ਜਾਂ ਫਿਰ ਭੁੱਖ ਹੜਤਾਲ ਦੇ ਉੱਤੇ ਬੈਠਣਗੇ ਮਨੀਸ਼ਾ ਗੁਲਾਟੀ। ਦੇਖੋ, ਵਿਮਨ ਕਮਿਸ਼ਨ ਵੱਲੋਂ ਮਨੀਸ਼ਾ ਗੁਲਾਟੀ ਜੀ ਵੱਲੋਂ ਕਿਹਾ ਗਿਆ ਸੀ, ਚਿੱਠੀ ਭੇਜੀ ਗਈ ਔਰ ਉਹ ਆਪਣੀ ਬਿਆਨ ਦੇ ਵਿੱਚ ਉਸ ਦਿਨ ਉਹਨਾਂ ਨੇ ਕਿਹਾ 17 ਮਈ ਨੂੰ ਕਿ ਅਗਰ 7 ਦਿਨਾਂ 'ਚ ਸਪਸ਼ਟੀਕਰਨ ਨਾ ਆਇਆ, ਕੋਈ ਜਵਾਬ ਨਾ ਆਇਆ, ਤੇ ਮੈਂ ਭੁੱਖ ਹੜਤਾਲ 'ਤੇ ਵੀ ਬੈਠ ਸਕਦੀ ਹਾਂ। ਕਿਉਂਕਿ ਉਹ ਭਾਵਨਾਤਮਕ ਤੌਰ ਦੇ ਉੱਤੇ ਕਾਫੀ ਜ਼ਿਆਦਾ ਪਰੇਸ਼ਾਨ ਸੀ ਕਿ ਸਰਕਾਰ ਨੇ ਹਜੇ ਤੱਕ ਕੋਈ ਵੀ ਇਸ ਮਾਮਲੇ 'ਚ ਪ੍ਰਗਤੀ ਨਹੀਂ ਕੀਤੀ। ਪਿਛਲੇ ਸਾਲ ਵੀ ਕਹਿੰਦੇ 3 ਸਾਲ ਪਹਿਲਾਂ, 2.5-3 ਸਾਲ ਪਹਿਲਾਂ ਵੀ ਵਿਮਨ ਕਮਿਸ਼ਨ ਨੇ ਕਹਿੰਦੇ ਚਿੱਠੀ ਪਾਈ ਸੀ ਵੀ ਇਹ ਮਾਮਲਾ ਕੀ ਹੈ। ਹੁਣ ਉੱਦਾਂ ਤਾਂ ਸਰਕਾਰ ਕਹਿੰਦੀ ਅਸੀਂ ਦਿਨ ਰਾਤ ਕੰਮ ਕਰਦੇ ਹਾਂ। ਕੀ ਹੋਇਆ ਜੀ? ਅੱਜ ਐਤਵਾਰ ਨੂੰ ਕਿੰਨੀ ਦੁਨੀਆ ਕੰਮ ਕਰਦੀ ਆ, ਦੇਖੋ ਅਸੀਂ ਕੰਮ ਕਰੀ ਜਾਂਦੇ ਹਾਂ। ਸੋ ਸਰਕਾਰੀ ਅਫਸਰ ਤਾਂ ਕਹਿੰਦੇ ਉਹ ਛੁੱਟੀ ਬਹੁਤ ਘੱਟ ਲੈਂਦੇ ਨੇ, ਕੋਵਿਡ ਦੀ ਸਥਿਤੀ ਹੈ, ਦਿਨ ਰਾਤ ਕੰਮ ਕਰਦੇ ਨੇ ਉਹ ਤਾਂ ਕਹਿੰਦੇ। ਸੋ ਫਿਰ ਐਤਵਾਰ ਵਾਲੀ ਗੱਲ ਹੋਣੀ ਨਹੀਂ ਚਾਹੀਦੀ ਗਗਨ, ਜਿਹੜੀ ਤੁਸੀਂ ਕਹੀ ਹੈ। ਮੈਨੂੰ ਨਹੀਂ ਲੱਗਦਾ ਕਿ ਐਤਵਾਰ ਨੂੰ ਇਹ ਲੋਕ ਛੁੱਟੀ ਕਰਦੇ ਹੋਣਗੇ। ਬਾਕੀ ਪਤਾ ਲੱਗ ਜੂਗਾ ਕੱਲ ਸਵੇਰੇ। ਅੱਜ 23 ਮਈ ਹੋ ਗਈ, 17 ਮਈ ਨੂੰ ਪ੍ਰੈਸ ਕਾਨਫਰੰਸ ਹੋਈ ਸੀ। ਸੋ 17 ਮਈ ਤੋਂ 23 ਮਈ 7 ਦਿਨ ਹੋ ਗਏ। ਮੰਨ ਵੀ ਲਿਆ ਜਾਵੇ ਕਿ ਕੱਲ ਸੋਮਵਾਰ ਹੈ, ਇੱਕ ਦਿਨ ਹੋਰ ਇੰਤਜ਼ਾਰ ਕਰ ਲੈਣਗੇ ਮਨੀਸ਼ਾ ਗੁਲਾਟੀ ਜੀ, ਕੱਲ 8ਵਾਂ ਦਿਨ ਹੋ ਜਾਣਾ। ਤੇ ਜੇ ਕੱਲ ਵੀ ਗਗਨ ਕੋਈ ਸਪਸ਼ਟੀਕਰਨ ਨਾ ਆਇਆ ਚੀਫ ਸੈਕਟਰੀ ਵੱਲੋਂ, ਵਿਨੀ ਮਹਾਜਨ ਜੀ ਜਿਹੜੇ ਖੁਦ ਇੱਕ ਮਹਿਲਾ ਨੇ, ਪੰਜਾਬ ਦੇ ਚੀਫ ਸੈਕਟਰੀ ਨੇ, ਅਗਰ ਕੱਲ ਸੋਮਵਾਰ ਤੱਕ ਵੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ, ਉਹ ਖਬਰਾਂ ਦੇ ਹਵਾਲੇ ਦੇ ਨਾਲ ਜਿਹੜੀ ਦਰਖਾਸਤ ਪਾਈ ਹੈ ਵਿਮਨ ਕਮਿਸ਼ਨ ਨੇ ਕਿ ਉਹ ਚਰਨਜੀਤ ਚੰਨੀ ਦਾ ਮਾਮਲਾ ਕੀ ਹੈ, ਕੁਛ ਹੈ ਜਾਂ ਨਹੀਂ ਹੈ, ਪਹਿਲਾਂ ਸੀ ਜਾਂ ਨਹੀਂ ਸੀ, ਸਮਝੌਤਾ ਹੋ ਗਿਆ ਜਾਂ ਸ਼ਿਕਾਇਤ ਆਈ ਹੈ, ਜਾਂ ਕੋਈ ਸ਼ਿਕਾਇਤ ਨਹੀਂ ਆਈ ਤੇ ਗੱਲ ਕੁਛ ਨਹੀਂ ਸੀ, ਜੋ ਵੀ ਹੈ ਵਿਮਨ ਕਮਿਸ਼ਨ ਨੂੰ ਪਤਾ ਲੱਗਣਾ ਚਾਹੀਦਾ। ਹੁਣ ਜੋ ਸੀ ਉਹ ਵਿਨੀ ਮਹਾਜਨ ਨੂੰ, ਜਿਹੜੇ ਚੀਫ ਸੈਕਟਰੀ ਨੇ, ਉਹਨਾਂ ਨੂੰ ਭੇਜਣਾ ਪੈਣਾ। ਜੇ 8 ਕੱਲ ਨਹੀਂ ਭੇਜਣਗੇ ਸੋਮਵਾਰ ਨੂੰ, ਵੈਸੇ ਤਾਂ ਹੋ ਸਕਦਾ ਅੱਜ ਸ਼ਾਮ ਤੱਕ ਭੇਜ ਦੇਣ, ਐਤਵਾਰ ਹੈ, ਅੱਜ ਕੱਲ ਤਾਂ ਈਮੇਲ ਵੀ ਹੋ ਜਾਂਦੀ ਹੈ, ਫਾਈਲ ਲੈ ਕੇ ਵੀ ਕੋਈ ਮੁਲਾਜ਼ਮ ਜਾ ਸਕਦਾ ਹੈ। ਜੇ ਅੱਜ ਨਾ ਹੋਇਆ, ਹੋ ਸਕਦਾ ਕੱਲ ਜਵਾਬ ਆ ਜਾਏ ਸੋਮਵਾਰ ਨੂੰ। ਜੇ ਕੱਲ ਵੀ ਜਵਾਬ ਨਾ ਆਇਆ ਗਗਨ ਜੀ, ਫਿਰ ਮੈਨੂੰ ਲੱਗਦਾ ਮੰਗਲਵਾਰ ਜਾਂ ਬੁੱਧਵਾਰ ਨੂੰ ਬੀਬੀ ਮਨੀਸ਼ਾ ਗੁਲਾਟੀ ਜੀ ਨੇ ਧਰਨੇ ਤੇ ਬਹਿ ਜਾਣਾ। ਕਿਉਂਕਿ ਬੀਬੀ ਮਨੀਸ਼ਾ ਗੁਲਾਟੀ ਜੀ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ, ਔਰਤਾਂ ਦੇ ਹੱਕ 'ਚ ਉਹਨਾਂ ਨੇ ਕਹਿਤਾ ਵੀ ਅਗਰ ਨਾ ਇਨਸਾਫ ਹੋਇਆ ਤੇ ਮੈਂ ਭੁੱਖ ਹੜਤਾਲ ਤੇ ਬਹਿ ਜਾਊਂ। ਉਹਨਾਂ ਦੀ ਗੱਲ ਇੱਕ ਵਾਰੀ ਸੁਣ ਲਿਆ। ਮੈਨੂੰ ਇਸ ਤੋਂ ਬਾਅਦ ਕਾਲ ਆਈ ਤਾਂ ਮੈਂ ਲੀਗਲੀ ਕਾਰਵਾਈ ਉਹਨਾਂ ਤੇ ਕਰ ਸਕਦੀ ਆ ਕਿ ਮੈਨੂੰ ਕੋਈ ਬਲੇਮ ਨਹੀਂ ਕਰ ਸਕਦਾ ਕਿ ਮੈਂ ਮਿਨਿਸਟਰ ਨਾਲ ਮਿਲੀ ਹੋਈ ਆ ਜਾਂ ਮੈਂ ਉਹਨਾਂ ਨੂੰ ਜਾਣਦੀ ਆ। ਮੈਂ ਉਹਨਾਂ ਨੂੰ ਅੱਜ ਤੱਕ ਮਿਲੀ ਵੀ ਨਹੀਂ, ਪਰ ਮੇਰਾ ਇਹ ਕੰਮ ਨਹੀਂ ਹੈ। ਮੈਂ ਸਿਰਫ ਆਪਣੀ ਪੰਜਾਬ ਦੀ ਵੂਮਨ ਕਮਿਊਨਿਟੀ ਔਰ ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਨੂੰ ਦੇਖ ਰਹੀ ਆ। ਔਰ ਅੱਜ ਫਿਰ ਇਹ ਨਿਊਜ਼ਪੇਪਰ 'ਚ ਜਿਹੜੀ ਨਿਊਜ਼ ਲੱਗੀਆਂ ਹੋਈਆਂ ਨੇ, ਇਹ ਸਰਕਾਰ ਮੈਨੂੰ ਇੱਕ ਹਫ਼ਤੇ ਸਪਸ਼ਟੀਕਰਨ ਦੇ, ਨਹੀਂ ਸਰਕਾਰ ਦੇਗੀ ਸਪਸ਼ਟੀਕਰਨ ਤੇ ਮੈਂ ਭੁੱਖ ਹੜਤਾਲ ਤੇ ਕਿੰਨੇ ਆਫੀਸਰ ਨੇ? ਕਦੋਂ ਆਈਏ, ਕਦੋਂ ਤੁਹਾਡੇ ਤੋਂ ਮੈਨੂੰ 2-3 ਦਿਨ ਤੋਂ ਆ ਰਹੀ, ਅੱਜ ਵੀ ਸਵੇਰ ਦੇ 3 ਫੋਨ ਆ ਚੁੱਕੇ ਨੇ। ਮੈਂ ਕੋਈ ਜਵਾਬ ਕਿੰਨੇ ਆਫੀਸਰ ਨੇ ਤੇ ਤੁਸੀਂ ਜਿਹੜੇ ਇਹ ਇੱਕ ਹਫ਼ਤੇ ਦੀ ਟਾਈਮਿੰਗ ਡੈਡਲਾਈਨ ਦਿੱਤੀ ਹੈ ਸਰਕਾਰ ਨੂੰ, ਉਸ ਦੇ ਨਾਲ ਤੁਸੀਂ ਇਹ ਚਿੱਠੀ ਵੀ ਭੇਜੀ ਹੈਗੀ ਹੈ ਜਾਂ ਕੱਲੀ ਸਿਰਫ ਸਪਸ਼ਟੀਕਰਨ ਦੀ ਭੇਜੀ ਹੈ? ਇਹ ਦੋਨੋਂ ਲੈਟਰ ਹੈ, ਰਿਮਾਈਂਡਰ ਤੇ ਇਹ ਅੱਜ ਦੀ ਫਰੈਸ਼ ਲੈਟਰ ਸਰਕਾਰ ਨੂੰ ਇਸ਼ੂ ਕਰ ਦਿੱਤੇ ਗਏ ਨੇ। ਇਹ ਸਰਕਾਰ ਨੂੰ ਇਸ਼ੂ ਕਰ ਦਿੱਤੇ ਗਏ ਨੇ ਕਿ ਸਾਨੂੰ ਇੱਕ ਹਫ਼ਤਾ ਟਾਈਮ ਬਾਉਂਡ ਕਰ ਦਿੱਤਾ ਗਿਆ। ਵੈਸੇ ਇੱਕ ਹਫ਼ਤਾ ਬੰਦਾ ਨਹੀਂ, 3 ਦਿਨ ਨਹੀਂ ਬੰਦੇ ਨੇ ਕਿ ਸਰਕਾਰ ਸਾਨੂੰ ਜਲਦ ਤੋਂ ਜਲਦ ਜਵਾਬ ਦੇ, ਪਰ ਫਿਰ ਵੀ ਇੱਕ ਹਫ਼ਤਾ ਟਾਈਮ ਬਾਉਂਡ, ਚਲੋ ਇੱਕ ਹਫ਼ਤਾ ਦੇ ਦਿੱਤਾ ਗਿਆ। ਇੱਕ ਹਫ਼ਤੇ ਜੇ ਸਰਕਾਰ ਸਾਨੂੰ ਸਪਸ਼ਟੀਕਰਨ ਨਹੀਂ ਦਿੰਦੀ ਹੈ ਤਾਂ ਮੈਂ ਭੁੱਖ ਹੜਤਾਲ ਤੇ ਬੈਠ ਜਾਵਾਂਗੀ। ਦੇਖੋ, ਉਹਨਾਂ ਦਾ ਤੁਸੀਂ ਬਿਆਨ ਸੁਣਿਆ, ਬੜੀ ਅਹਿਮੀਅਤ ਵਾਲਾ ਬਿਆਨ ਹੈ। ਸੋ ਐਡੀ ਗੱਲ ਕਰਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਉਹ 7 ਜਾਂ 8 ਜਾਂ 9 ਦਿਨ ਤੋਂ ਬਾਅਦ ਹੋਰ ਇੰਤਜ਼ਾਰ ਕਰਨਗੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹਦੀ ਨੌਬਤ ਨਹੀਂ ਆਊਗੀ। ਵਿਮਨ ਕਮਿਸ਼ਨ ਨੂੰ ਪਹਿਲਾਂ ਹੀ ਪੰਜਾਬ ਦੇ ਚੀਫ ਸੈਕਟਰੀ ਵੱਲੋਂ ਰਿਪਲਾਈ ਆ ਜਾਏਗਾ ਔਰ ਹੁਣ ਚਰਨਜੀਤ ਚੰਨੀ ਦਾ ਜਿਹੜਾ ਸਿਆਸੀ ਭਵਿੱਖ ਹੈ ਕੈਪਟਨ ਅਮਰਿੰਦਰ ਦੇ ਮੰਤਰੀ ਮੰਡਲ 'ਚ, ਉਹ ਸਾਰਾ ਕੁਝ ਇਸ ਗੱਲ ਤੇ ਨਿਰਭਰ ਹੈ ਕਿ ਜਵਾਬ ਕੀ ਆਉਂਦਾ ਹੈ ਚੀਫ ਸੈਕਟਰੀ ਦਾ ਚਰਨਜੀਤ ਚੰਨੀ ਬਾਰੇ ਬੀਬੀ ਮਨੀਸ਼ਾ ਗੁਲਾਟੀ ਉਹਨਾਂ ਨੂੰ। ਹੁਣ 7 ਦਿਨ ਹੋ ਗਏ, ਅਗਰ ਕੋਈ ਜਾਂਚ ਕਰਨੀ ਹੋਵੇ, ਅਗਰ ਕਿਸੇ ਦੇ ਬਿਆਨ ਲੈਣੇ ਹੋਣ, ਅਗਰ ਸ਼ਿਕਾਇਤਕਰਤਾ ਤੋਂ ਸ਼ਿਕਾਇਤ ਪੁੱਛਣੀ ਹੋਵੇ ਦੁਬਾਰਾ, ਅਗਰ ਸ਼ਿਕਾਇਤਕਰਤਾ ਨੇ ਸ਼ਿਕਾਇਤ ਪਹਿਲਾਂ ਦਿੱਤੀ ਹੋਵੇ, ਉਹ ਫਾਈਲ ਲੱਭਣੀ ਹੋਵੇ, ਕਿਉਂਕਿ ਸਰਕਾਰੀ ਦਫ਼ਤਰਾਂ ਦੀ ਗਗਨ ਇੱਕ ਬੜੀ ਪ੍ਰੋਬਲਮ ਹੈ। ਜਿਹੜੇ ਸਾਡੇ ਸਰਕਾਰੀ ਦਫ਼ਤਰ ਨੇ ਨਾ, ਫਾਈਲਾਂ ਲਾਲ ਕੱਪੜਿਆਂ ਜਿਹੇ 'ਚ ਬੰਨ੍ਹ ਕੇ ਕਈ ਵਾਰੀ ਉਹ ਅਲਮਾਰੀਆਂ ਦੇ ਉੱਤੇ ਪਈਆਂ ਹੁੰਦੀਆਂ।
ਤੇ ਕਈ ਵਾਰੀ ਪਟਵਾਰਖਾਨੇ ਵੀ ਜੇ ਕੋਈ ਪੁਰਾਣਾ ਕਾਗਜ਼ ਲੈਣਾ ਹੋਵੇ ਨਾ ਤੇ ਪਟਵਾਰੀ ਦੇ ਦਫ਼ਤਰ 'ਚ ਵੀ ਕਹਿ ਦਿੰਦੇ ਵੀ ਉਹ ਪਿਆ ਜੀ ਉੱਪਰ ਢੇਰ, ਤੇ ਤੁਸੀਂ ਲੱਭ ਲਓ ਜੇ ਤੁਹਾਡੀ ਲੱਭਦੀ ਆ ਫਾਈਲ। ਜੀ ਮੇਰੇ ਨਾਲ ਵਾਪਰਿਆ ਇੱਕ ਵਾਰੀ ਐ ਮਾਮਲਾ। ਸੋ ਮੈਂ ਆਪਣੀ ਕੋਈ ਫਾਈਲ ਲੱਭਣ ਗਿਆ ਸੀ ਤੇ ਢੇਰ ਲੱਗਿਆ ਸੀ ਫਾਈਲਾਂ ਦਾ, ਤੇ 2-2.5 ਘੰਟੇ ਲੱਗੇ, ਫਿਰ ਫਾਈਲ ਆਪ ਲੱਭੀ। ਜੀ ਪੁਰਾਣੀ ਗੱਲ ਹੈ ਥੋੜੀ ਜੀ, ਪਰ ਐ ਹੋਣਾ ਨਹੀਂ ਚਾਹੀਦਾ। ਸੋ ਇਸ ਕਰਕੇ ਜੇ ਤਾਂ ਮੁੱਖ ਸਕੱਤਰ ਦੇ ਦਫ਼ਤਰ 'ਚ ਇਹ ਨਾ ਹੋਵੇ ਵੀ ਉੱਥੇ, ਹੁਣ ਇਹ ਵੀ ਨਹੀਂ ਪਤਾ ਉੱਥੇ ਢੇਰ ਕਿੰਨਾ ਕੁ ਹੋਊਗਾ। ਹੋ ਸਕਦਾ 5-7 ਫਾਈਲਾਂ ਉੱਥੇ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਰੱਖੀਆਂ ਹੋਣ, ਹੋ ਸਕਦਾ ਕੋਈ ਸਟੋਰ ਕੋਈ ਗੋਦਾਮ ਹੋਵੇ ਉੱਥੇ ਫਾਈਲਾਂ ਪਈਆਂ ਹੋਣ। ਸੋ ਫਾਈਲ 7 ਦਿਨ ਹੋ ਗਏ, ਪਰ 7 ਦਿਨਾਂ 'ਚ ਤਾਂ ਲੱਭੀ ਜਾ ਸਕਦੀ ਹੈ, ਲੱਭ ਲਈ ਹੋਣੀ ਆ ਫਾਈਲ। ਫਾਈਲ ਅਗਰ ਲੱਭ ਲਈ ਹੋਈ ਤੇ ਉਹ ਫਾਈਲ 'ਚ ਕੀ ਕੋਈ ਸ਼ਿਕਾਇਤ ਆਈ ਸੀ, ਪਹਿਲਾਂ ਤਾਂ ਸਵਾਲ ਇਹ ਬਹੁਤ ਵੱਡਾ ਹੈ। ਜੇ ਕੋਈ ਸ਼ਿਕਾਇਤ ਹੀ ਨਹੀਂ ਆਈ ਫਿਰ ਤਾਂ ਮਾਮਲਾ ਹੀ ਕੁਛ ਨਹੀਂ, ਪਰ ਜੇ ਮਾਮਲਾ ਕੁਛ ਨਹੀਂ, ਅਖਬਾਰਾਂ ਵਾਲੇ ਕਿਵੇਂ ਛਾਪੀ ਜਾਂਦੇ, ਸਵਾਲ ਇਹ ਵੀ ਬਹੁਤ ਵੱਡਾ ਹੈ। ਸੋ ਜੇ ਮਾਮਲਾ ਕੁਛ ਨਾ ਨਿਕਲਿਆ ਤੇ ਫਿਰ ਉਹ ਅਖਬਾਰ ਵਾਲੇ ਕੀ ਛਾਪਣਗੇ ਜਿਨ੍ਹਾਂ ਨੇ ਛਾਪਿਆ ਸੀ ਕਿ ਇਹ ਮਾਮਲਾ ਹੈ। ਬਿਲਕੁਲ ਉਹਨਾਂ ਲਈ ਵੀ ਇਹ ਬਹੁਤ ਵੱਡਾ ਇੱਕ ਕ੍ਰੈਡੀਬਿਲਿਟੀ ਦਾ ਸਵਾਲ ਹੋ ਜਾਣਾ ਹੈ, ਉਹਨਾਂ ਦੀ ਪੱਤਰਕਾਰਤਾ ਦੀ ਸ਼ੈਲੀ ਤੇ ਸਵਾਲ ਹੋ ਜਾਣਾ ਬਾਅਦ 'ਚ ਵੀ ਤੁਸੀਂ ਖਬਰ ਇੱਕ ਤਰੀਕੇ ਨਾਲ ਦਿਖਾਤੀ ਸੀ ਪਰ ਉਹ ਹੈ ਨਹੀਂ। ਸੋ ਬਾਕੀ ਦੇਖਦੇ ਹਾਂ ਹੁਣ ਵਿਨੀ ਮਹਾਜਨ ਉਹਨਾਂ ਨੇ ਜ਼ਰੂਰ ਹੁਣ ਤੱਕ ਜਾਂਚ ਕਰ ਲਈ ਹੋਣੀ ਗਗਨ। ਨਤੀਜਾ ਜਿਹੜਾ ਉਹ ਬੜਾ ਅਹਿਮ ਹੈ। ਜਾਂ ਦੇਖੋ ਦੋ ਚੀਜ਼ਾਂ ਹੋਣੀਆਂ ਨੇ, ਜਾਂ ਤਾਂ ਚਰਨਜੀਤ ਚੰਨੀ ਉਹਨਾਂ ਬਾਰੇ ਕੋਈ ਸ਼ਿਕਾਇਤ ਸੀ ਪਹਿਲੀ ਜਾਂ ਨਹੀਂ ਸੀ, ਉਹਦੇ ਮੁਤਾਬਕ ਹੀ ਜਵਾਬ ਆਣਾ। ਅਸਲ 'ਚ ਜੋ ਵੀ ਚਰਨਜੀਤ ਚੰਨੀ ਉਹਨਾਂ ਦੇ ਮਾਮਲੇ ਦੇ ਵਿੱਚ ਗੱਲਬਾਤ ਹੈ ਉਹ ਵਿਨੀ ਮਹਾਜਨ ਮੁੱਖ ਸਕੱਤਰ ਦੇ ਜਵਾਬ ਤੋਂ ਸ਼ੁਰੂ ਹੋਣੀ ਹੈ, ਕਿਉਂਕਿ ਸਰਕਾਰ ਲਿਖ ਕੇ ਦੇਊਗੀ ਵਿਮਨ ਕਮਿਸ਼ਨ ਨੂੰ ਵੀ ਆ ਸੀ, ਜਾਂ ਤਾਂ ਕਹੂਗੀ ਕੁਝ ਨਹੀਂ ਸੀ ਮਾਮਲਾ ਖਤਮ, ਜਾਂ ਮਾਮਲਾ ਹੈ। ਅਗਰ ਮਾਮਲਾ ਹੈ ਤੇ ਫਿਰ ਵਿਮਨ ਕਮਿਸ਼ਨ ਉਹਨੂੰ ਅੱਗੇ ਤੋਰੇਗੀ ਆਪਣੇ ਹਿਸਾਬ ਨਾਲ ਜਸਟਿਸ ਲਈ। ਅਗਰ ਮਾਮਲਾ ਨਹੀਂ ਹੈ ਤੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਵੀ ਕੋਈ ਮਾਮਲਾ ਨਹੀਂ ਸੀ ਤੇ ਚਰਨਜੀਤ ਚੰਨੀ ਹੋਣੀ ਬੇਦਾਗ ਨੇ ਪੂਰੀ ਤਰ੍ਹਾਂ, ਔਰ ਉਹਨਾਂ ਨੂੰ ਮੰਤਰੀ ਮੰਡਲ 'ਚ ਹਟਾਉਣ ਦਾ ਕੋਈ ਆਧਾਰ ਨਹੀਂ ਹੈ। ਅਗਰ ਮਾਮਲਾ ਹੋਇਆ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਮੌਕਾ ਹੋਊਗਾ, ਉਹ ਚਰਨਜੀਤ ਚੰਨੀ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰ ਸਕਦੇ ਨੇ। ਪਰ ਕਹਿੰਦੇ ਹਰੀਸ਼ ਰਾਵਤ ਉਹਨਾਂ ਦੇ ਫੋਨ ਆ ਗਏ, ਹਾਈ ਕਮਾਂਡ ਦਾ ਦਖਲ ਆ ਗਿਆ, ਫਿਰ ਇਹ ਹੋ ਸਕਦਾ ਕਿ ਫਿਰ ਕੈਪਟਨ ਅਮਰਿੰਦਰ ਨੂੰ ਚਰਨਜੀਤ ਚੰਨੀ ਉਹਨਾਂ ਨੂੰ ਵੱਖਰਾ ਨਾ ਕਰਨਾ ਪਵੇ। ਜੇ ਮਾਮਲਾ ਹੀ ਨਿਕਲਿਆ ਆ ਫਿਰ ਤਾਂ ਵਿਮਨ ਕਮਿਸ਼ਨ ਨੇ ਸਾਰੀ ਗੱਲ ਚੱਕ ਲੈਣੀ ਹੈ। ਬਿਲਕੁਲ, ਤੇ ਫਿਰ ਚਰਨਜੀਤ ਚੰਨੀ ਉਹਨਾਂ ਨੂੰ ਅਸਤੀਫਾ ਵੀ ਦੇਣਾ ਪੈ ਸਕਦਾ। ਆਪਾਂ ਇਤਿਹਾਸ ਗਵਾਹ ਹੈ, ਜਦੋਂ ਕੋਈ ਅਜਿਹੇ ਮਾਮਲੇ ਆਉਂਦੇ ਨੇ ਜਿਹਦੇ 'ਚ ਸਥਿਤੀ ਸਪਸ਼ਟ ਨਾ ਹੋਵੇ ਵੀ ਸੱਚਾ ਕੌਣ ਹੈ ਤੇ ਗੱਲ ਕੀ ਹੈ। ਚਰਨਜੀਤ ਚੰਨੀ ਉਹਨਾਂ ਦੇ ਮਾਮਲੇ 'ਚ ਇਹ ਤਾਂ ਗੱਲ ਹੈ ਵੀ ਹਜੇ ਬਹੁਤੇ ਲੋਕਾਂ ਨੂੰ ਸਾਨੂੰ ਪਤਾ ਹੀ ਨਹੀਂ ਵੀ ਹੈ ਕੀ ਸੀ ਜੀ ਹੈ ਜੀ, ਮਤਲਬ ਇਹ ਪਤਾ ਹੀ ਨਹੀਂ ਵੀ ਹੈ ਕੀ ਸੀ ਮਾਮਲਾ। ਸੋ ਉਹਦਾ ਇੰਤਜ਼ਾਰ ਸਾਨੂੰ ਵੀ ਹੈ ਵੀ ਇਹ ਮਾਮਲਾ ਹੈ ਕੀ। ਬਿਲਕੁਲ। ਸੋ ਇਸ ਮਾਮਲੇ ਦੇ ਵਿੱਚ ਵੀ ਉਮੀਦ ਕਰਾਂਗੇ ਜੇਕਰ ਛੁੱਟੀ ਨਾ ਹੋਈ ਤਾਂ ਅੱਜ ਦੇ ਦਿਨ ਦੇ ਵਿੱਚ ਕੋਈ ਜਿਹੜਾ ਸੁਨੇਹਾ ਆ ਜਾਏਗਾ, ਨਹੀਂ ਫਿਰ ਕੱਲ ਦਾ ਦਿਨ ਜਿਹੜਾ ਜ਼ਰੂਰ ਹੈ ਉਸ ਦੇ ਵਿੱਚ ਦੇਖਦੇ ਹਾਂ ਕੀ ਕੁਝ ਹੈ। ਤੇ ਨਾਲ ਹੀ ਇੱਕ 45 ਦਿਨਾਂ ਦਾ ਅਲਟੀਮੇਟਮ ਦਾ ਵੀ ਰੌਲਾ ਪਿਆ ਹੋਇਆ, ਉਹ ਵੀ ਨਾਲ ਹੀ ਚੱਲਦਾ ਜਾਊਗਾ। ਜਦੋਂ 45 ਦਿਨ ਉਹਦੇ ਪੂਰੇ ਹੋਏ ਉਸ ਦੇ ਉੱਤੇ ਵੀ ਜਿਹੜਾ ਜ਼ਰੂਰ ਗੱਲਬਾਤ ਜਿਹੜੀ ਅੱਗੇ ਕਰਾਂਗੇ। ਤੇ ਡੱਲਾ ਸਾਹਿਬ, ਹੁਣ ਕਿਸਾਨਾਂ ਦੇ ਵੱਲ ਵਧੀਏ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ, ਚਿੱਠੀ ਲਿਖੀ ਆ ਬੀਤੇ ਦਿਨੀ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਅੱਜ ਚਿੱਠੀ ਲਿਖਣ ਤੋਂ ਬਾਅਦ ਉਹਨਾਂ ਦੇ ਤੇਵਰ ਕਾਫੀ ਗਰਮ ਨਜ਼ਰ ਆਏ ਨੇ। ਉਹਨਾਂ ਨੇ ਕਿਹਾ, ਕਹਿੰਦੇ ਕਿ ਸਾਡੇ ਨਾਲ ਮੀਟਿੰਗ ਦਾ ਸਮਾਂ ਜਿਹੜਾ ਉਹ ਬਣਿਆ ਜਾਵੇ ਤੇ ਗੱਲਬਾਤ ਜਿਹੜੀ ਅੱਗੇ ਤੋਰੀ ਜਾਵੇ। ਨਾਲ ਹੀ ਉਹਨਾਂ ਨੇ ਇੱਕ ਜਿਹੜੀ ਕੋਵਿਡ ਨੂੰ ਲੈ ਕੇ ਬਹੁਤ ਰੌਲਾ ਸੀ ਕਿ ਉੱਥੇ ਅੰਦੋਲਨ ਦੇ ਵਿੱਚੋਂ ਕੋਵਿਡ ਫੈਲ ਰਿਹਾ, ਹਰਿਆਣੇ ਦੇ ਕਈ ਮੰਤਰੀਆਂ ਦੇ ਬਿਆਨ ਆਏ ਸੀ, ਉਹਨਾਂ ਨੇ ਉਸ ਨੂੰ ਲੈ ਕੇ ਵੀ ਟਿੱਪਣੀ ਸਖਤ ਕਰਤੀ। ਕਹਿੰਦੇ ਕਿ ਅਜੇ ਤੱਕ ਸਾਡੇ ਉੱਥੋਂ ਕੋਈ ਵੀ ਕੋਵਿਡ ਦੇ ਨਾਲ ਜਿਹੜੀ ਕੋਈ ਜਾਨ ਨਹੀਂ ਗਈ, ਜਿਹੜੀਆਂ ਵੀ ਗਈਆਂ ਨੇ ਤਾਂ ਉਸ ਦੇ ਵੱਖ-ਵੱਖ ਜਿਹੜੇ ਸੰਦਰਭ ਉਹਨਾਂ ਨੇ ਨਾਲ ਦੱਸੇ ਨੇ। ਕਿਦਾਂ ਵੇਖਦੇ? ਬਿਲਕੁਲ, ਦੇਖੋ ਜਿਹੜਾ ਮਾਮਲਾ ਆਇਆ ਸੀ ਦੋ ਲੋਕਾਂ ਦੇ ਦੁਨੀਆ ਤੋਂ ਜਾਣ ਦਾ, ਇੱਕ ਲੁਧਿਆਣੇ ਦਾ ਸੀ, ਇੱਕ ਪਟਿਆਲੇ ਦਾ ਸੀ। ਸੋ ਇੱਕ ਬਾਰੇ ਉੱਥੋਂ ਦੇ ਹਸਪਤਾਲ ਵੱਲੋਂ ਹਰਿਆਣੇ ਦੇ ਕਿਹਾ ਗਿਆ ਸੀ ਕਿ ਉਹ ਪੋਜ਼ਿਟਿਵ ਹੈ, ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਪੋਸਟਮਾਰਟਮ ਤਾਂ ਕੀਤਾ ਹੈ ਕਿਉਂਕਿ ਸਾਨੂੰ ਪੁਲਿਸ ਨੇ ਕਿਹਾ ਸੀ ਕਿ ਮੌਤ ਦੇ ਹੋਰ ਕਾਰਨਾਂ ਦਾ ਪਤਾ ਲੱਗੇ ਜੀ। ਔਰ ਉਹ ਕਹਿੰਦੇ ਅਸੀਂ ਪੋਸਟਮਾਰਟਮ ਕੀਤਾ ਜਦੋਂ ਕੋਵਿਡ ਵਾਲੇ ਮਰੀਜ਼ ਦਾ, ਤੇ ਅਸੀਂ ਉਹਦੇ ਵੀ ਸਾਰੇ ਨਿਯਮ ਪੂਰੇ ਨਜ਼ਰ 'ਚ ਰੱਖੇ ਨੇ, ਧਿਆਨ 'ਚ ਰੱਖੇ ਨੇ। ਦੂਜੇ ਪਾਸੇ ਕਿਸਾਨ ਆਗੂ ਕਾਫੀ ਜ਼ਿਆਦਾ ਨਾਰਾਜ਼ ਨੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਹਰਿਆਣੇ ਵੱਲੋਂ, ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸਾਨ ਪੋਜ਼ਿਟਿਵ ਸੀ, ਕਿਸਾਨ ਪੋਜ਼ਿਟਿਵ ਨਹੀਂ ਸੀ। ਬਲਬੀਰ ਰਾਜੇਵਾਲ ਹੁਣੀ ਕਹਿੰਦੇ ਕਿ ਸਾਡੇ ਕੋਲੇ ਉੱਥੇ ਪੂਰਾ ਇੰਤਜ਼ਾਮ ਹੈ ਮਰੀਜ਼ਾਂ ਦੇ, ਜਿਹੜੇ ਕਿਸਾਨ ਨੇ ਉਹਨਾਂ ਦਾ ਖਿਆਲ ਰੱਖਣ ਦਾ, ਉੱਥੇ ਸੈਨੀਟਾਈਜੇਸ਼ਨ ਹੈ, ਉੱਥੇ ਸਪਰੇਆਂ ਨੇ, ਵੀ ਸਾਡੇ ਕਿਸਾਨ ਪੋਜ਼ਿਟਿਵ ਨਹੀਂ ਸੀ। ਕਿਸਾਨ ਅੰਦੋਲਨ 'ਚੋਂ ਕਹਿੰਦੇ ਕੋਈ ਵਿਅਕਤੀ ਪੋਜ਼ਿਟਿਵ ਨਹੀਂ ਸੀ। ਤੇ ਬਲਬੀਰ ਰਾਜੇਵਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਉਹ ਕਰ ਹੀ ਨਹੀਂ ਸਕਦੇ ਕੋਵਿਡ ਮਰੀਜ਼ ਦਾ ਪੋਸਟਮਾਰਟਮ। ਹੁਣ ਇਹ ਗੱਲ ਹੈ ਜਿਹੜੀ ਇਹ ਕਾਨੂੰਨੀ ਗੱਲ ਬਣ ਗਈ, ਪਰ ਬਲਬੀਰ ਰਾਜੇਵਾਲ ਉਹਨਾਂ ਨੇ ਇਹਦੇ ਨਾਲ ਕਈ ਹੋਰ ਮਸਲੇ ਜਿਹੜੇ ਨੇ ਉਹ ਵੀ ਚੱਕੇ ਨੇ। ਔਰ ਉਹਨਾਂ ਨੇ ਸਪਸ਼ਟ ਤੌਰ ਤੇ ਕਹਿਤਾ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਚਿੱਠੀ ਲਿਖੀ ਹੋਈ ਹੈ, ਅਗਰ 25 ਤਰੀਕ ਤੱਕ ਸਾਨੂੰ ਜਵਾਬ ਨਾ ਆਇਆ ਤੇ ਅਸੀਂ 26 ਮਈ ਨੂੰ ਇੱਕ ਤਾਂ ਕਾਲੇ ਝੰਡੇ ਲਾਉਣੇ ਸਾਰੇ ਪਾਸੇ,
ਦੂਜਾ ਕਹਿੰਦੇ ਅਸੀਂ ਭਵਿੱਖ ਦਾ ਵੱਡਾ ਐਲਾਨ ਕਰਾਂਗੇ ਫਿਰ 26 ਮਈ ਨੂੰ। ਗਗਨ 26 ਮਈ ਨੂੰ ਕਿਸਾਨ ਅੰਦੋਲਨ ਨੂੰ 6 ਮਹੀਨੇ ਹੋ ਜਾਣੇ, ਸੋ 6 ਮਹੀਨੇ ਇਸ ਅੰਦੋਲਨ ਨੂੰ ਪੂਰੇ ਹੋ ਜਾਣੇ ਨੇ। 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਮੈਂ ਉਸ ਦਿਨ ਵੀ ਕਿਹਾ ਸੀ ਕਿ ਅੱਜ ਕਿਸਾਨ ਅੰਦੋਲਨ ਦਾ ਰੁਖ ਮੁੜ ਗਿਆ, ਔਰ 26 ਜਨਵਰੀ ਤੋਂ ਬਾਅਦ ਤੁਸੀਂ ਦੇਖ ਲਓ 26 ਫਰਵਰੀ ਲੰਘ ਗਈ, ਮਾਰਚ ਲੰਘ ਗਈ, ਅਪ੍ਰੈਲ ਲੰਘ ਗਈ, ਆ ਮਈ ਆਉਣ ਵਾਲੀ ਹੈ। ਸੋ 6ਵਾਂ ਮਹੀਨਾ ਆ ਜਾਣਾ ਜਨਵਰੀ ਤੋਂ ਬਾਅਦ। ਜਨਵਰੀ ਤੋਂ ਬਾਅਦ ਨਹੀਂ, ਕਿਸਾਨ ਅੰਦੋਲਨ ਜਦੋਂ ਦਾ ਸ਼ੁਰੂ ਹੋਇਆ, ਨਵੰਬਰ ਤੋਂ ਸ਼ੁਰੂ ਹੋਇਆ, ਅਕਤੂਬਰ ਤੋਂ, ਅਕਤੂਬਰ ਨਵੰਬਰ, ਹਾਲਾਂਕਿ ਪੰਜਾਬ 'ਚ ਤਾਂ ਅਕਤੂਬਰ ਤੋਂ ਪਹਿਲਾਂ ਵੀ ਚੱਲੀ ਜਾਂਦਾ 6-7 ਮਹੀਨਿਆਂ ਦਾ, ਸੋ ਲੰਮਾ ਸਮਾਂ ਹੋ ਗਿਆ। ਪਰ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨ ਅੰਦੋਲਨ ਹੈ ਜਿਹੜਾ ਉਹ ਮੱਠਾ ਰਿਹਾ, ਔਰ ਬਾਅਦ ਦੇ ਵਿੱਚ ਕਈ ਗੱਲਾਂ ਵੀ ਆਈਆਂ ਕਿ ਆਹ ਵਿਅਕਤੀ ਨਾਲ ਆ ਰਿਹਾ ਨੌਜਵਾਨ, ਉਹ ਤੋਂ ਬਾਅਦ ਭੀੜ ਹੋਇਆ ਕਰੂਗੀ ਉੱਥੇ ਬਹੁਤ ਜ਼ਿਆਦਾ। ਉਹ ਵਿਅਕਤੀ ਦਾ ਜ਼ੋਰ ਨਜ਼ਰ ਨਹੀਂ ਆਇਆ। ਇੱਕ ਅੱਧੀ ਵਾਰੀ ਉਹ ਵਿਅਕਤੀ ਨੇ ਜ਼ੋਰ ਲਾਇਆ। ਇੱਕ ਦੀਪ ਸਿੱਧੂ ਦੀ ਗੱਲ ਹੁੰਦੀ ਸੀ ਵੀ ਜ਼ਮਾਨਤ ਤੇ ਛੁੱਟ ਜੂਗਾ ਜਦੋਂ, ਤੇ ਦੀਪ ਸਿੱਧੂ ਫੇਰ ਬੜਾ ਜ਼ੋਰ ਲਾਊਗਾ, ਪਰ ਮੈਨੂੰ ਲੱਗਦਾ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਓਡੀ ਸਰਗਰਮੀ ਦੀਪ ਸਿੱਧੂ ਨੇ ਦਿਖਾਈ ਨਹੀਂ ਹੈ ਜੀ। ਸੋ ਜਿਵੇਂ 26 ਜਨਵਰੀ ਤੋਂ ਪਹਿਲਾਂ ਸਾਡੇ ਨੌਜਵਾਨ ਉੱਥੇ ਮੰਚ ਤੇ ਚੜ੍ਹੇ ਸੀ ਰਾਤ ਨੂੰ, ਕਈ ਹੈ ਗਗਨ ਜੀ, ਪੂਰੀ ਉੱਥੇ ਉਹਨਾਂ ਨੇ ਆਪਣਾ ਰੁਖ ਪੇਸ਼ ਕੀਤਾ ਸੀ। ਉਹ ਨੌਜਵਾਨ ਬਾਲੇ ਫਿਰ ਬਾਅਦ 'ਚ ਸਰਗਰਮ ਨਜ਼ਰ ਨਹੀਂ ਆਏ। ਹਾਲਾਂਕਿ ਉਦੋਂ ਜਿਹੜਾ ਉਹਨਾਂ ਨੇ ਤੱਤਾ ਰੁਖ ਪੇਸ਼ ਕੀਤਾ ਸੀ ਉਹ ਵੀ ਕੁਝ ਚੰਗਾ ਨਹੀਂ ਸੀ, ਉਹਦੇ ਕਰਕੇ ਵੀ ਬਹੁਤ ਵੱਡਾ ਨੁਕਸਾਨ ਕਿਸਾਨ ਅੰਦੋਲਨ ਨੂੰ ਹੋਇਆ। ਪਰ ਹੁਣ ਵੇਖਦੇ ਹਾਂ ਕਿ ਸਰਕਾਰ ਦਾ ਰੁਖ ਕੀ ਰਹਿੰਦਾ ਹੈ, ਕਿਉਂਕਿ 11 ਗੇੜ ਦੀਆਂ ਗੱਲਾਂ ਹੋਈਆਂ ਨੇ। ਸਰਕਾਰ 18 ਮਹੀਨਿਆਂ ਦੇ ਲਈ ਕਾਨੂੰਨ ਮੁਲਤਵੀ ਕਰਨ ਲਈ ਤਿਆਰ ਸੀ। ਬਾਅਦ 'ਚ ਮਾਮਲਾ ਸੁਪਰੀਮ ਕੋਰਟ ਕੋਲੇ ਗਿਆ, ਕਮੇਟੀ ਬਣੀ, ਕਮੇਟੀ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦੇ ਚੁੱਕੀ ਹੈ। ਸੁਪਰੀਮ ਕੋਰਟ ਨੇ ਉਹ ਰਿਪੋਰਟ ਦੇ ਆਧਾਰ ਤੇ ਹਜੇ ਕੋਈ ਫੈਸਲਾ ਕੀਤਾ ਨਹੀਂ ਹੈ ਗਗਨ ਜੀ। ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਹਲੇ ਕੋਈ ਫੈਸਲਾ ਕੀਤਾ ਨਹੀਂ, ਤੇ ਕਾਨੂੰਨ ਨੇ ਜਿਹੜੇ ਸੁਪਰੀਮ ਕੋਰਟ ਨੇ ਮੁਲਤਵੀ ਕਰਤੇ ਸੀ। ਹੁਣ ਸਰਕਾਰ ਤੋਂ ਨਵੇਂ ਸਿਰੇ ਤੋਂ ਮੰਗ ਹੈ। ਪਾਰਲੀਮੈਂਟ 'ਚ ਮੋਦੀ ਸਾਹਿਬ ਕਹਿੰਦੇ ਸੀ ਅਸੀਂ ਇੱਕ ਟੈਲੀਫੋਨ ਦੀ ਦੂਰੀ ਤੇ ਹਾਂ, ਪਰ ਉਹਦੇ 'ਚ ਵੀ ਮੋਦੀ ਸਾਹਿਬ ਦਾ ਕਸੂਰ ਕੋਈ ਨਹੀਂ ਗਗਨ। ਅੱਜ ਕੱਲ੍ਹ ਨੈਟਵਰਕ ਇੰਨੇ ਖਰਾਬ ਨੇ, ਜੇ ਕਿਸਾਨਾਂ ਨੇ ਫੋਨ ਮਿਲਾਇਆ ਵੀ ਹੋਵੇ ਤਾਂ ਮਿਲਿਆ ਨਹੀਂ ਹੋਣਾ, ਕਿਉਂਕਿ ਅੱਜ ਕੱਲ੍ਹ ਵੈਸੇ ਵੀ ਪੰਜਾਬ 'ਚ ਜਦੋਂ ਤੁਸੀਂ ਟੈਲੀਫੋਨ ਮਿਲਾਉਂਦੇ ਹੋ ਤੇ ਕਈ ਵਾਰੀ ਮਿਲਾਉਂਦੇ ਹੋ ਤਾਂ ਕਿਤੇ ਜਾ ਕੇ ਗੱਲ ਹੁੰਦੀ ਹੈ। ਬਿਲਕੁਲ, ਸੋ ਇਹ ਵੀ ਸੱਚ ਹੈ। ਬਾਕੀ ਹੁਣ ਚਿੱਠੀ ਲਿਖੀ ਹੈ ਕਿਸਾਨਾਂ ਨੇ, ਇਹ ਚਿੱਠੀ ਦਾ ਜਵਾਬ ਜਿਸ ਰੂਪ 'ਚ ਆਏਗਾ ਉਸ ਰੂਪ 'ਚ ਅਸੀਂ ਸਮਝਾਂਗੇ ਕਿ ਸਰਕਾਰ ਹੁਣ ਕਿਸਾਨ ਅੰਦੋਲਨ ਨੂੰ ਕਿਵੇਂ ਨਿਬੜੇਗੀ। ਜੇ ਚਿੱਠੀ ਦਾ ਜਵਾਬ ਆਇਆ ਹੀ ਨਾ, ਫਿਰ ਕਿਸਾਨ ਦੱਸਣਗੇ ਕਿ ਅਸੀਂ ਹੁਣ ਸਰਕਾਰ ਨੂੰ ਕਿਸ ਰੂਪ 'ਚ ਟੱਕਰਾਂਗੇ। ਤੇ ਡੱਲਾ ਸਾਹਿਬ, ਇੱਕ ਚਿੱਠੀ ਭਗਵੰਤ ਮਾਨ, ਰਾਘਵ ਚੱਡਾ ਹੋਣਾ ਨੇ ਵੀ ਲਿਖੀ ਹੈ, ਉਸ ਸੰਦਰਭ 'ਚ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ। ਇਸ ਚਿੱਠੀ ਨੂੰ ਕਿੱਦਾਂ ਵੇਖ ਰਹੇ ਹੋ? ਇੱਕ ਪਾਸੇ ਤਾਂ ਕਿਸਾਨਾਂ ਦੀ ਚਿੱਠੀ ਜਾਣੀ ਤਾਂ ਉਹ ਸਮਝਦੀਆਂ, ਪਰ ਸਿਆਸੀ ਤੌਰ ਤੇ ਉੱਥੇ ਹੁਣ ਚਿੱਠੀਆਂ ਜਾਣੀਆਂ ਸ਼ੁਰੂ ਹੋਈਆਂ ਨੇ, ਇਹਨਾਂ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਉਹਨਾਂ ਨੇ ਵੀ ਚਿੱਠੀਆਂ ਲਿਖੀਆਂ, ਆਮ ਆਦਮੀ ਪਾਰਟੀ ਨੇ ਚਿੱਠੀ ਲਿਖੀ, ਭਗਵੰਤ ਮਾਨ ਦਾ ਬਿਆਨ ਹੈ, ਕਾਂਗਰਸ ਦੇ ਇੱਕ ਨੁਮਾਇੰਦੇ ਨੇ ਪ੍ਰਿਤਪਾਲ ਸਿੰਘ ਬਲੀਏਵਾਲ, ਉਹਨਾਂ ਦਾ ਬਿਆਨ ਹੈ, ਰਾਘਵ ਚੱਡਾ ਦਾ ਬਿਆਨ ਹੈ। ਹੁਣ ਕਿਉਂਕਿ ਕਿਸਾਨਾਂ ਨੇ ਤਾਂ ਚਿੱਠੀ ਲਿਖਤੀ, ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਨੇ ਚਿੱਠੀ ਲਿਖੀ ਹੈ, ਹੁਣ ਦੇਖਦੇ ਹਾਂ ਤੁਸੀਂ ਇਹਦੇ ਤੇ ਕੀ ਕਰੋਗੇ। ਤੁਹਾਨੂੰ ਕਰਨਾ ਚਾਹੀਦਾ ਹੈ, ਕਾਨੂੰਨ ਰੱਦ ਕਰਨੇ ਚਾਹੀਦੇ ਨੇ, ਕਿਸਾਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ। ਇਹ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਇਸੇ ਤਰ੍ਹਾਂ ਦਾ ਬਿਆਨ ਦੁਹਰਾਇਆ। ਇੱਕ ਵਾਰੀ ਮੈਂ ਚਾਹੂੰਗਾ ਕਿ ਇਹ ਤਿੰਨੇ ਪਾਰਟੀਆਂ ਦੇ ਲੀਡਰਾਂ ਦਾ, ਕਾਂਗਰਸ ਦਾ, ਆਮ ਆਦਮੀ ਪਾਰਟੀ ਦਾ, ਇਹਨਾਂ ਦਾ ਬਿਆਨ ਸੁਣਾ ਦਿਓ। ਅਗਰ ਅਕਾਲੀ ਦਲ ਦਾ ਉਪਲਬਧ ਹੈ ਉਹ ਵੀ ਸੁਣਾ ਦਿਓ। ਵੈਸੇ ਅਕਾਲੀ ਦਲ ਨੇ ਵੀ ਇਹੀ ਕਿਹਾ ਚਿੱਠੀ ਤੇ ਰਿਐਕਸ਼ਨ ਦਿੰਦੇ ਹੋਏ ਕਿ ਜ਼ਰੂਰ ਮੋਦੀ ਸਾਹਿਬ ਕਿਸਾਨਾਂ ਦੀ ਗੱਲ ਸੁਣੋ ਜੀ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਪੂਰੇ ਦੇਸ਼ ਨੂੰ ਪਤਾ ਹੈ ਕਿ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਲਗਭਗ 6 ਮਹੀਨਿਆਂ ਤੋਂ ਦਿੱਲੀ ਦੇ ਆਲੇ-ਦੁਆਲੇ ਜਿਹੜੇ ਬਾਰਡਰ ਨੇ ਉੱਥੇ ਬੈਠੇ ਉਹ ਪ੍ਰਦਰਸ਼ਨ ਕਰ ਰਹੇ ਨੇ ਕਾਲੇ ਕਾਨੂੰਨਾਂ ਦੇ ਖਿਲਾਫ, ਜੋ ਖੇਤੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਇਸ ਦੌਰਾਨ ਉਹ ਜਿਹੜੇ ਕਿਸਾਨ ਨੇ, ਜਿਹੜੇ ਧਰਨੇ ਤੇ ਬੈਠੇ ਨੇ, ਪ੍ਰਦਰਸ਼ਨ ਤੇ ਬੈਠੇ ਨੇ, ਉਹ ਲਗਭਗ ਆਪਣੇ 470 ਸਾਥੀਆਂ ਨੂੰ ਖੋ ਚੁੱਕੇ ਨੇ, ਜਾਨ ਗਵਾ ਚੁੱਕੇ 470 ਕਿਸਾਨ, ਜਿਹੜਾ ਕਿ ਬਹੁਤ ਦੁਖਦਾਇਕ ਹੈ, ਬਹੁਤ ਦਰਦਨਾਕ ਹੈ। 11 ਵਾਰ ਪ੍ਰਧਾਨ ਮੰਤਰੀ ਜੀ ਉਹਨਾਂ ਨਾਲ ਗੱਲਬਾਤ ਸਰਕਾਰ ਦੀ ਹੋ ਚੁੱਕੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਤੁਸੀਂ ਜਾਣਦੇ ਹੋ ਕਿ ਸਾਡਾ ਦੇਸ਼ ਜਿਹੜਾ ਉਹ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਤੋਂ ਬਿਨਾਂ ਆਪਾਂ ਇਸ ਦੇਸ਼ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੇ ਉਹ ਕਿਸਾਨ ਜਿਹੜੇ ਮਹਾਮਾਰੀ ਕਰੋਨਾ ਦੇ ਵਿੱਚ ਵੀ ਜਿਹੜਾ ਖੇਤੀ ਦਾ ਸੈਕਟਰ ਹੈ ਉਹ ਇਕੱਲਾ ਪੋਜ਼ਿਟਿਵ ਰਿਹਾ, ਬਾਕੀ ਸਾਰੇ ਜਿਹੜੇ ਸੈਕਟਰ ਨੇ ਉਹ ਨੈਗੇਟਿਵ ਚ ਰਹੇ ਨੇ। ਸਿਰਫ ਖੇਤੀ ਦਾ ਸੈਕਟਰ ਜਿਹੜਾ ਹੈ ਉਹ 3% ਤੋਂ ਉੱਪਰ
ਉਹਦੀ ਜਿਹੜੀ GDP ਦੇ ਵਿੱਚ ਉਹ ਪੋਜ਼ਿਟਿਵ ਰਿਹਾ। ਸੋ ਇਹ ਕਿਸਾਨ ਜਿਹੜੇ ਨੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਉਹ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ, ਜਾਨ ਨੂੰ ਜੋਖਮ 'ਚ ਪਾ ਕੇ, ਬੱਚੇ ਬਜ਼ੁਰਗ ਔਰਤਾਂ ਸਮੇਤ ਉਹ ਬਾਰਡਰਾਂ ਤੇ ਬੈਠੇ ਨੇ। 6 ਮਹੀਨੇ ਹੋ ਜਾਣਗੇ 26 ਤਰੀਕ ਨੂੰ। ਹੁਣ ਕਿਸਾਨਾਂ ਨੇ ਸੱਦਾ ਦਿੱਤਾ ਹੈ ਗੱਲਬਾਤ ਦਾ ਕਿ ਗੱਲਬਾਤ ਕਰੋ, ਔਰ ਤੁਹਾਡਾ ਫਰਜ਼ ਵੀ ਬਣਦਾ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਔਰ ਤੁਸੀਂ ਆਪ ਖੁਦ ਵੀ ਮੀਡੀਆ ਦੇ ਵਿੱਚ ਕਈ ਵਾਰੀ ਕਹਿ ਚੁੱਕੇ ਹੋ ਕਿ ਮੈਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਕੱਢੂੰਗਾ ਤੇ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਹੁਣ ਫਰਾਖ ਦਿਲੀ ਦਿਖਾਓ, ਦਰਿਆ ਦਿਲੀ ਦਿਖਾਓ ਤੇ ਉਹਨਾਂ ਨੂੰ ਗੱਲਬਾਤ ਲਈ, ਸਾਰੀਆਂ ਜਿਹੜੀਆਂ ਜਥੇਬੰਦੀਆਂ ਦੇ ਉਹਨਾਂ ਦੇ ਲੀਡਰ ਨੇ, ਉਹਨਾਂ ਨੂੰ ਗੱਲਬਾਤ ਲਈ ਬੁਲਾਓ ਤੇ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲਓ। ਉਹਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਨੇ, ਉਹ ਕਾਲੇ ਕਾਨੂੰਨ ਜਿਹੜੇ ਵਾਪਸ ਲਓ ਤਾਂ ਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਆ ਜਾਣ, ਆਪਣੇ ਪਿੰਡਾਂ 'ਚ ਵਾਪਸ ਆਉਣ ਤੇ ਅਗਲੀਆਂ ਫਸਲਾਂ ਬੀਜਣ ਦੀ ਤਿਆਰੀ ਕਰਨ। ਅਗਲੀਆਂ ਫਸਲਾਂ ਦੀ ਜਿਹੜੀ ਬਿਜਾਈ ਹੈ ਉਹ ਸਿਰ ਤੇ ਆਈ ਪਈ ਹੈ। हमारे किसानों को इन 3 काले कानूनों के खिलाफ आंदोलन करते हुए, प्रदर्शन करते हुए आने वाली 26 मई को 6 महीने पूरे हो जाएंगे। बीते 6 महीने से हमारे देश का किसान, हमारा अन्नदाता दिल्ली के बॉर्डर पर बैठकर 3 काले कानूनों के खिलाफ आंदोलन कर रहा है। और इसी 26 मई को केंद्र में बैठी मोदी सरकार, निर्दयी सरकार, हिटलर शाही से चलने वाली सरकार को 7 साल सत्ता के पूरे हो जाएंगे। आम आदमी पार्टी की ओर से हम मांग करते हैं नरेंद्र मोदी सरकार को कि होश में आओ और हमारे देश का अन्नदाता, हमारे देश का किसान जो बीते 6 महीने से रात दिन आंदोलन कर रहा है, गर्मी में, सर्दी में, धूप में, छाँव में, सुबह दोपहर शाम, उसने हर मौसम में कठोर तपस्या करते हुए इन 3 काले कानूनों के खिलाफ अपना आंदोलन दर्ज कराया है। हे निर्दयी मोदी सरकार, हमारे देश के किसान की बात सुनो और इन 3 काले कानूनों को खारिज करो। ਕੱਲ ਜੋ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ, ਉਸ ਦਾ ਅਸੀਂ ਸਮਰਥਨ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਲਦ ਗੱਲਬਾਤ ਲਈ ਉਹਨਾਂ ਨੂੰ ਬੁਲਾਉਣਗੇ, ਕਿਉਂਕਿ ਪ੍ਰਧਾਨ ਮੰਤਰੀ ਨੇ ਇਹੀ ਗੱਲ ਆਖੀ ਸੀ ਕਿ ਮੈਂ ਇੱਕ ਫੋਨ ਦੀ ਦੂਰੀ ਤੇ ਬੈਠਾ ਹਾਂ, ਪਰ ਉਹ ਫੋਨ ਦੀ ਦੂਰੀ ਪੂਰਾ ਵਿਸ਼ਵ ਘੁੰਮਣ ਤੋਂ ਬਾਅਦ ਵੀ ਹਜੇ ਤੱਕ ਫੋਨ ਨਹੀਂ ਆਇਆ। ਪਰ ਹੁਣ ਕਿਸਾਨਾਂ ਨੇ ਡੈਡਲੌਕ ਤੋੜਿਆ ਹੈ। ਉਮੀਦ ਹੈ ਕਿ ਮੋਦੀ ਜੀ ਦਾ ਫੋਨ ਆਊਗਾ, ਗੱਲਬਾਤ ਦੇ ਸੁਨੇਹਾ ਆਊਗਾ ਤੇ ਕਿਸਾਨਾਂ ਨਾਲ ਗੱਲ ਕੀਤੀ ਜਾਊਗੀ। ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਹੀ ਇਹ ਆਰਡੀਨੈਂਸ ਸੀ ਜਦੋਂ ਉਦੋਂ ਤੋਂ ਵਿਰੋਧ ਕਰਦੀ ਆ ਰਹੀ ਹੈ। ਰਾਹੁਲ ਗਾਂਧੀ ਨੇ ਕੀਤਾ, ਸਾਡੀ ਨੈਸ਼ਨਲ ਲੀਡਰਸ਼ਿਪ ਨੇ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ 15 ਜੂਨ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਕਾਲੇ ਕਾਨੂੰਨਾਂ ਨੂੰ ਜਦੋਂ ਆਰਡੀਨੈਂਸ ਦੇ ਰੂਪ ਦੇ ਵਿੱਚ ਸਨ ਉਹਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਦੋਂ ਬਾਅਦ ਰੈਲੀਆਂ ਕੱਢੀਆਂ ਗਈਆਂ, ਟਰੈਕਟਰ ਰੈਲੀ ਕੱਢੀ ਗਈ ਰਾਹੁਲ ਗਾਂਧੀ ਵੱਲੋਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਤੇ ਫਿਰ ਇੱਕ ਮੈਸੇਜ ਦਿੱਤਾ ਗਿਆ ਕਿ ਪੰਜਾਬ ਕਾਂਗਰਸ ਕਿਸਾਨਾਂ ਦੇ ਨਾਲ ਖੜੀ ਹੈ। ਤੇ ਹੁਣ ਵੀ ਜਦੋਂ ਪਿਛਲੀ ਨੀਤੀ ਆਯੋਗ ਦੀ ਮੀਟਿੰਗ ਹੋਈ ਆ ਉਹਦੇ 'ਚ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਆਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਇਹ ਕਾਨੂੰਨਾਂ ਨੂੰ ਵਾਪਸ ਲੈ ਲਓ, ਬਹੁਤ ਸਮਾਂ ਹੋ ਗਿਆ, ਕਈ 100 ਕਿਸਾਨ ਸਾਡਾ ਸ਼ਹੀਦ ਹੋ ਗਿਆ ਉਹ ਦਿੱਲੀ ਦੇ ਬਾਰਡਰਾਂ ਤੇ ਇਹ ਕਾਲੇ ਕਾਨੂੰਨ ਰੱਦ ਕਰ ਦਿਓ, ਕਿਉਂਕਿ ਕਰੋਨਾ ਦਾ ਮੌਕਾ ਹੈ ਤੇ ਜਿਹੜੇ ਬਾਹਰਲੀਆਂ ਅਖਬਾਰਾਂ ਵੀ ਮਗਰਮੱਛ ਦੇ ਹੰਝੂਆਂ ਦੀ ਗੱਲ ਕਰਨ ਲੱਗੀਆਂ। ਸੋ ਮੋਦੀ ਜੀ, ਕਰੋਨਾ ਦੇ ਵਿੱਚ ਸਾਰਿਆਂ ਦੀ ਜਾਨ ਇੱਕੋ ਜੀ ਹੈ। ਸੋ ਸਾਡੇ ਕਿਸਾਨਾਂ ਨੂੰ ਵਾਪਸ ਭੇਜੋ ਤਾਂ ਜੋ ਆਪਦੇ ਘਰ ਵਾਲਿਆਂ ਨਾਲ ਰਹਿ ਕੇ ਖੁਸ਼ੀ-ਖੁਸ਼ੀ ਆਪਦਾ ਜੀਵਨ ਬਤੀਤ ਕਰਨ। ਅੱਗੇ ਜਾ ਕੇ ਬਥੇਰੇ ਮੌਕੇ ਮਿਲਣਗੇ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਚੰਗੀ ਗੱਲ ਆ ਉਹਨਾਂ ਨੇ ਚਿੱਠੀ ਲਿਖੀ ਹੈ, ਪਰ ਜੇ ਦਿੱਲੀ ਦੀ ਸਰਕਾਰ ਕੇਜਰੀਵਾਲ ਕੋਈ ਐਸਾ ਬਿੱਲ ਜਾਂ ਆਰਡੀਨੈਂਸ ਪਾਸ ਕਰ ਦਿੰਦੀ ਦਿੱਲੀ ਅਸੈਂਬਲੀ ਦੇ ਵਿੱਚ ਤਾਂ ਜੋ ਇਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਤੀ ਮਿਲਦੀ ਤਾਂ ਵਧੀਆ ਹੁੰਦਾ। ਪਰ ਦਿੱਲੀ ਦੀ ਸਰਕਾਰ ਨੇ ਇੱਕ ਕਾਲਾ ਕਾਨੂੰਨ ਦਿੱਲੀ ਦੇ ਵਿੱਚ ਲਾਗੂ ਕੀਤਾ ਹੋਇਆ ਪਰ ਉਹਨੂੰ ਕੈਂਸਲ ਨਹੀਂ ਕੀਤਾ ਗਿਆ। ਜਿੱਥੋਂ ਤੱਕ ਭਗਵੰਤ ਮਾਨ ਦੀ ਗੱਲ ਹੈ, ਉਹਨਾਂ ਨੇ ਵੀ ਸਟੈਂਡਿੰਗ ਕਮੇਟੀ ਦੇ ਵਿੱਚ ਆਪ ਦਾ ਪੱਖ ਪੂਰਿਆ ਹੋਇਆ ਇਸ ਚੀਜ਼ ਦੇ ਲਈ। ਅਜੇ ਤੱਕ ਉਹਨਾਂ ਨੇ ਨਾ ਸਪੀਕਰ ਨੂੰ ਨਾ ਚੇਅਰਮੈਨ ਨੂੰ ਕੋਈ ਡਿਸੈਂਡਿੰਗ ਨੋਟ ਨਹੀਂ ਭੇਜਿਆ ਕਿ ਮੈਂ ਇਹਨਾਂ ਕਾਨੂੰਨ ਦਾ ਐਸੈਂਸ਼ੀਅਲ ਕਮਿਊਨਿਟੀ ਐਕਟ ਦਾ ਸਮਰਥਨ ਕਰਦਾ ਹੈ ਕਿ ਇਹਦਾ ਵਿਰੋਧ ਕਰਦਾ ਹੈ। ਤੇ ਡੱਲਾ ਸਾਹਿਬ, ਉਧਰ ਜਾਂਦੇ ਜਿਹੜਾ ਹੁਣ ਲਗਾਤਾਰ ਮਸਲਾ ਬਣਿਆ ਹੋਇਆ ਹੈ, ਕੇਂਦਰ ਸਰਕਾਰ ਨੇ ਵੀ ਜਿਹੜੀਆਂ ਸਾਰੀਆਂ ਸੂਬਾ ਸਰਕਾਰਾਂ ਨੂੰ ਕਹਿਤਾ ਕਿ ਜਿਹੜੀ ਬਲੈਕ ਫੰਗਸ ਜਾਂ ਵਾਈਟ ਫੰਗਸ ਹੈ ਇਹਨੂੰ ਮਹਾਮਾਰੀ ਐਲਾਨ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਬੀਤੇ ਦਿਨ ਐਲਾਨ ਵੀ ਦਿੱਤਾ। ਇਸ ਦੇ ਉੱਤੇ ਕੋਵਿਡ ਰਿਵਿਊ ਬੈਠਕ ਤੇ ਜਿਹੜੇ ਆਗੂ ਨੇ
ਕੇ ਤਲਵਾਰ ਉਹਨਾਂ ਨੇ ਵੀ ਗੱਲਬਾਤ ਕੀਤੀ ਆ ਬਲੈਕ ਫੰਗਸ ਨੂੰ ਲੈ ਕੇ। ਕਿੱਦਾਂ ਵੇਖ ਰਹੇ ਹੋ ਸਾਰੇ ਮਾਮਲੇ ਨੂੰ, ਕਿਉਂਕਿ ਹੁਣੇ ਵੀ ਬਹੁਤ ਵੱਡੀ ਚਰਚਾ ਬਣਦੀ ਜਾ ਰਹੀ ਹੈ ਬਲੈਕ ਫੰਗਸ ਦੀ। ਦੇਖੋ, ਇੱਕ ਤਾਂ ਗੱਲ ਇਹ ਆਈ ਹੈ ਕਿ ਬਹੁਤ ਸਾਰੇ ਜਿਹੜੇ ਹਸਪਤਾਲਾਂ ਦੇ ਵਿੱਚ ਨੇ ਮਰੀਜ਼ਾਂ ਨੂੰ ਸਟੀਰੋਇਡਸ ਲੱਗਦੇ ਨੇ, ਜਿਹੜੇ ਬਹੁਤ ਅਸਧਾਰਨ ਹਾਲਾਤਾਂ 'ਚ ਉਹਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਰ ਇਹ ਗਗਨ, ਕਿਉਂਕਿ ਇਹ ਕੋਈ ਪੋਲੀਟੀਕਲ ਮਸਲਾ ਨਹੀਂ, ਮੈਨੂੰ ਲੱਗਦਾ ਇਹ ਸਿਹਤ ਨਾਲ ਜੁੜਿਆ ਹੋਇਆ ਮਸਲਾ ਹੈ, ਇਹਦੇ ਤੇ ਮੇਰੀ ਟਿੱਪਣੀ ਇੰਨੀ ਵਾਜਬ ਨਹੀਂ ਹੈ। ਪਰ ਆਪਾਂ ਤਾਂ ਇਹੀ ਕਵਾਂਗੇ ਵੀ ਆਪਾਂ ਸਾਰੇ ਪਰਹੇਜ਼ ਰੱਖੀਏ, ਆਪਣੀ ਸਿਹਤ ਦਾ ਖਿਆਲ ਰੱਖੀਏ, ਆਪਾਂ ਬਿਮਾਰ ਹੋਈਏ ਹੀ ਨਾ। ਔਰ ਮੈਂ ਵੀ ਪੋਜ਼ਿਟਿਵ ਹੋ ਕੇ ਆਇਆ ਸੀ, ਰੱਬ ਨੇ ਮਿਹਰ ਰੱਖੀ, ਮੈਨੂੰ ਕਿਸੇ ਤਰ੍ਹਾਂ ਦੀ ਹਸਪਤਾਲ 'ਚ ਭਰਤੀ ਹੋਣ ਦੀ ਲੋੜ ਨਹੀਂ ਪਈ, ਨਾ ਕੋਈ ਮੈਨੂੰ ਹਸਪਤਾਲ ਤੋਂ ਟੀਕੇ ਲੱਗੇ, ਕੋਈ ਸਟੀਰੋਇਡਸ ਲੱਗੇ। ਸੋ ਸਾਰੇ ਲੋਕ ਇਹ ਕੋਸ਼ਿਸ਼ ਕਰੀਏ ਆਪਾਂ ਕਿ ਆਪਾਂ ਜਿੱਦਾਂ ਹੀ ਬੁਖਾਰ ਹੋਵੇ ਆਪਣਾ ਖਿਆਲ ਰੱਖੀਏ। ਪਹਿਲੇ ਦਿਨ ਤੋਂ ਹੀ ਬੁਖਾਰ ਹੁੰਦੇ ਹੀ ਗਰਾਰੇ ਤੇ ਸਟੀਮ ਲੈਣੀ ਸ਼ੁਰੂ ਕਰੀਏ ਆਪਾਂ, ਔਰ ਡਾਕਟਰਾਂ ਦੀ ਹਦਾਇਤ ਮੁਤਾਬਕ ਜਿਹੜੀਆਂ ਵੀ ਦਵਾਈਆਂ ਨੇ, ਸਧਾਰਨ ਦਵਾਈਆਂ, ਉਹਨਾਂ ਦੀ ਵਰਤੋਂ ਜ਼ਿਆਦਾ ਕਰੀਏ। ਪਰ ਸਾਵਧਾਨੀਆਂ ਚਾਹੀਦੀਆਂ ਕੀ ਹੈ, ਇੱਕ ਵਾਰੀ ਡਾਕਟਰ ਕੇ ਤਲਵਾੜ ਉਹਨਾਂ ਦੀ ਇੱਕ ਬਿਆਨ ਹੈ ਉਹਨਾਂ ਦਾ, ਸੋ ਮੈਂ ਬੇਨਤੀ ਕਰੂੰਗਾ ਸਾਰੇ ਦਰਸ਼ਕ ਇਸ ਬਿਆਨ ਨੂੰ ਸੁਣਨ ਵੀ, ਔਰ ਬਾਕੀ ਸਾਰਿਆਂ ਨੂੰ ਵੀ ਇਹ ਬਿਆਨ ਸੁਣਾਉਣ, ਕਿਉਂਕਿ ਇਹ ਬਹੁਤ ਜਾਣਕਾਰੀ ਭਰਪੂਰ ਹੈ, ਔਰ ਕਿਉਂਕਿ ਇਹ ਅਧਿਕਾਰਿਤ ਨੇ ਡਾਕਟਰ ਕੇ ਤਲਵਾੜ, ਸੋ ਉਹਨਾਂ ਦੀ ਜ਼ੁਬਾਨ ਤੋਂ ਇੱਕ ਵਾਰੀ ਸੁਣਦੇ ਹਾਂ। ਇਹ ਪਹਿਲੀ ਵੇਵ ਵੀ ਸੀ ਪਰ ਘੱਟ ਸੀ। ਹੁਣ ਪਿਛਲੇ ਮਹੀਨੇ 4-6 ਹਫ਼ਤਿਆਂ 'ਚ ਬਹੁਤ ਕੇਸ ਬਦਲ ਆਏ। ਇਹ ਮਹਾਰਾਸ਼ਟਰ, ਗੁਜਰਾਤ ਪਹਿਲਾਂ ਜ਼ਿਆਦਾ ਸੀ, ਹੁਣ ਆਪਣੇ ਪਾਸੇ ਵੀ ਇਹ ਪੇਸ਼ੈਂਟ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ हैं। ਇਹ ਬਿਮਾਰੀ ਜੋ ਪਹਿਲਾਂ ਅਸੀਂ ਦੇਖਦੇ ਸੀ ਬਹੁਤ ਘੱਟ ਦੇਖਦੇ ਸੀ, ਹੁਣ ਤਾਂ ਆਏ ਹਫ਼ਤੇ 'ਚ ਹਰੇਕ ਹਸਪਤਾਲ 'ਚ 15-20 ਪੇਸ਼ੈਂਟ ਜਿਹੜੇ ਹੈ ਨਜ਼ਰ ਆ ਰਹੇ ਨਾ। ਇਹ ਹੁੰਦਾ ਕਿਉਂ ਹੈ ਕਿ ਜੇ ਕੋਵਿਡ ਦੇ ਜਿਹੜੇ ਪੇਸ਼ੈਂਟ ਹੈ, ਕੋਵਿਡ ਹੋ ਸਕਦਾ ਹੈ ਕਿ ਤੁਹਾਡੀ ਆਪਣੀ ਜਿਹੜੀ ਇਮਿਊਨਿਟੀ ਹੈ, ਤਾਕਤ ਨੂੰ ਖਰਾਬ ਕਰਦਾ ਹੈ। ਜਿਨ੍ਹਾਂ ਨੂੰ ਸ਼ੂਗਰ ਹੋਏਗੀ, ਔਰ ਇੱਕ ਦਵਾਈ ਜਿਹੜੀ ਸਟੀਰੋਇਡ ਹੈ, ਸਟੀਰੋਇਡ ਦਾ ਇਸ ਬਿਮਾਰੀ 'ਚ ਫਾਇਦਾ ਵੀ ਹੈ, ਪਰ ਇਹਨੂੰ ਅਗਰ ਗਲਤ ਯੂਜ਼ ਕੀਤਾ ਜਾਵੇ, ਜੋ ਦੱਸੀ ਗਈ ਹੈ ਵੀ ਇੰਨੀ ਡੋਜ਼ ਤੋਂ ਜ਼ਿਆਦਾ ਨਹੀਂ ਦੇਣੀ, ਉਹ ਡੋਜ਼ ਯੂਜ਼ ਕੀਤਾ ਜਾਵੇ, ਔਰ ਜਿਹੜੇ ਮਰੀਜ਼ਾਂ ਦੀ ਜ਼ਰੂਰਤ ਵੀ ਨਹੀਂ ਹੈ ਉਹਨਾਂ ਨੂੰ ਦਿੱਤਾ ਜਾਵੇ। ਤਾਂ ਅਗਰ ਕੋਵਿਡ ਹੈ, ਸ਼ੂਗਰ ਦੀ ਬਿਮਾਰੀ ਹੈ, ਤੁਹਾਨੂੰ ਸਟੀਰੋਇਡ ਜ਼ਿਆਦਾ ਡੋਜ਼ ਦਿੱਤੀ ਜਾ ਰਹੀ ਹੈ, ਇਹ ਖਤਰਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀ ਬਿਮਾਰੀ ਫੰਗਲ ਵਾਲੀ ਜੋ ਬਲੈਕ ਫੰਗਸ ਵੀ ਹੋਣ ਦਾ ਡਰ ਹੈ। ਬਿਲਕੁਲ, ਸੋ ਇਹ ਖਾਸ ਜਿਹੜੀ ਗੱਲਬਾਤ ਸੀ, ਇਹ ਖਾਸ ਕਰਕੇ ਜਿਹੜੀ ਕਾਲੀ ਉੱਲੀ ਦੇ ਸਬੰਧ ਦੇ ਵਿੱਚ ਉਹਨਾਂ ਨੇ ਦੱਸਿਆ, ਜਿਹਨੂੰ ਬਲੈਕ ਫੰਗਸ ਕਹਿ ਰਹੇ ਨੇ। ਸੋ ਇਹਨਾਂ ਸਾਰੀਆਂ ਹਦਾਇਤਾਂ ਜੋ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਣ ਇਸ ਸਬੰਧ 'ਚ ਦਿੱਤੀਆਂ ਜਾ ਰਹੀਆਂ, ਉਹਨਾਂ ਨੂੰ ਵੀ ਜਿਹੜਾ ਮੁੱਖ ਰੱਖਦੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆਪਾਂ ਨੂੰ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਤੇ ਸਿਆਸੀ ਮਸਲੇ ਕਿੱਧਰ ਨੂੰ ਜਾਂਦੇ ਨੇ। ਅੱਜ ਦਾ ਕੱਲ੍ਹ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ। ਹਾਈਕਮਾਨ ਵੀ 1-2 ਦਿਨਾਂ ਦੇ ਵਿੱਚ ਵੱਡਾ ਫੈਸਲਾ ਕੋਈ ਜ਼ਰੂਰ ਕਰੇਗੀ, ਕਿਉਂਕਿ ਲਗਾਤਾਰ ਟਵੀਟਾਂ ਦੇ ਮਸਲੇ ਨੂੰ ਜੇਕਰ ਰੋਕਣਾ ਹੈ ਤਾਂ ਉਸ ਸਬੰਧ ਦੇ ਵਿੱਚ ਫੈਸਲਾ ਜਲਦ ਤੇ ਜ਼ਰੂਰੀ ਚਾਹੀਦਾ ਹੈ। ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।